ਤੁਸੀਂ ਦੇਖ ਰਹੇ ਹੋ ਤਪਦਾ ਸੱਚ ਨਿਊਜ਼ ਤੇ मैं कमलजीत सिंह मरहाना। ਸਾਡੇ ਨਾਲ ਬੈਠੇ ਹੋਏ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬਹਾਦਰਕੇ ਦੇ ਕੁਝ ਕਿਸਾਨ ਭਰਾ ਸਾਡੇ ਨਾਲ ਬੈਠੇ ਹੋਏ ਨੇ। ਪਰਿਵਾਰ ਸਾਰਾ ਸਾਡੇ ਨਾਲ ਬੈਠਾ ਹੋਇਆ। ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੀਆਂ ਕੁਝ ਭੈਣਾਂ ਤੇ ਵੀਰ ਪਰਿਵਾਰ ਦੇ ਤੇ ਨਾਲ ਹੀ ਪਰਿਵਾਰ ਦੇ ਮੁਖੀ ਬੈਠੇ ਹੋਏ ਨੇ ਤੇ ਸਾਰਿਆਂ ਦੇ ਹੀ ਸੱਟਾਂ ਲੱਗੀਆਂ ਹੋਈਆਂ ਨੇ ਹੱਥਾਂ ਦੇ ਉੱਤੇ, ਕਿਸੇ ਦੇ ਕਿਤੇ ਸਿਰ ਤੇ, ਕਿਸੇ ਦੇ ਹਰ ਅਲੱਗ-ਅਲੱਗ ਜਗ੍ਹਾ ਦੇ हर जगह ते किसी न किसी दे सੱਟ ਜਿਹੜੀ ਉਹ ਲੱਗੀ ਹੋਈ ਆ। ਕੀ ਕਾਰਨ ਆ, ਕਿਉਂ ਸੱਟਾਂ ਲੱਗੀਆਂ, ਇਹ ਸਾਰੀ ਗੱਲਬਾਤ ਆਪਾਂ ਇਹਨਾਂ ਦੇ ਕੋਲੋਂ ਜਾਣਦੇ ਆ। ਹਾਂਜੀ ਭਾਈ ਸਾਹਿਬ, ਕੀ ਨਾਮ ਤੁਹਾਡਾ? ਨਾਮ ਮੇਰਾ ਜੀ ਢੋਲਾ ਮਾਈ, ਪਿੰਡ ਬਹਾਦਰਕੇ, ਤਹਿਸੀਲ ਗੁਰੂ ਸਾਹਿਬ, ਜ਼ਿਲ੍ਹਾ ਫਿਰੋਜ਼ਪੁਰ ਦਾ ਅਸੀਂ ਰਹਿਣ ਵਾਲੇ ਹਾਂ। ਹਾਂਜੀ, ਇਹ ਕੀ ਜਿਹੜੇ ਆ ਮੈਂ ਜਿਵੇਂ ਗੱਲ ਕੀਤੀ ਆ ਭੂਮਿਕਾ ਦੇ ਵਿੱਚ ਕਿ ਸੱਟਾਂ ਲੱਗੀਆਂ ਹੋਈਆਂ ਨੇ ਸਾਰਿਆਂ ਦੇ, ਅਸੀਂ ਦੇਖ ਰਹੇ ਹਾਂ, ਕੀ ਕਹਾਣੀ ਕੀ ਹੈ ਜੀ? ਇਹ ਕਹਾਣੀ ਇਹ ਜੀ, ਸਾਡਾ ਜ਼ਮੀਨ ਦਾ ਝਗੜਾ ਸੀ ਤੇ ਸਾਡੀ ਆੜਤ ਪਿੰਡ ਬਾਜੇਕੇ ਦੇ ਕੁਲਜਸ ਤੇ ਸਰਵਣ ਕੁਮਾਰ ਦੋਵੇਂ ਸਾਲਾ ਭਣੋਈਆਂ ਨੇ। ਇਹਨਾਂ ਦੀ ਆੜਤ ਹੁੰਦੀ ਸੀ ਮੰਡੀ ਮੇਘਰਾਏ ਦੇ ਵਿੱਚ। ਇਹਨਾਂ ਵੱਲੇ ਅਸੀਂ ਅੱਜ ਤੋਂ ਮਤਲਬ ਵੀ 1995-96 'ਚ ਆੜਤ ਕੀਤੀ ਤੇ ਸਾਡੀ ਇਹਨਾਂ 15-16 ਸਾਲ ਇਹਨਾਂ ਵੱਲੇ ਆੜਤ ਰਹੀ। ਅਸੀਂ ਫਸਲ ਸੜਦੇ ਸੀ, ਚਾਰ ਅਸੀਂ ਭਰਾ ਸੀ, ਚਾਰਾਂ ਭਰਾਵਾਂ ਦੀ ਸਾਡੀ 20-22 ਕਿੱਲੇ ਜ਼ਮੀਨ ਸੀ। ਉਹਦੇ ਵਿੱਚ ਸਾਡੀ ਝੋਨਾ 15-16 ਕਿੱਲੇ ਹੁੰਦਾ ਸੀ ਤੇ ਕਣਕ 20 ਕਿੱਲਿਆਂ ਦੀ ਹੁੰਦੀ ਸੀ। ਸਾਰੀ ਫਸਲ ਮੇਰੇ ਰਾਹੀਂ ਵੇਚੀ ਜਾਂਦੀ ਸੀ ਤੇ ਮੇਰੇ ਰਾਹੀਂ ਹੀ ਪੈਸਾ ਲਿਆ ਕੇ ਤੇ ਖੇਤੀ ਇੱਕ ਆੜਤੀ ਕੋਲੇ ਸੁੱਟਦੇ ਸਾਰਾ? ਹਾਂਜੀ, ਇੱਕੇ ਆੜਤੀ ਵੱਲੇ ਅਸੀਂ ਸਾਰਾ ਪੈਸਾ ਛੱਡਦੇ ਸੀ। ਉਹ ਉਹਨਾਂ ਨੇ ਅਖੀਰ ਦੇ ਵਿੱਚ ਆ ਕੇ, ਲਾਸਟ ਵਿੱਚ ਆ ਕੇ ਤੇ ਸਾਡਾ ਉਹਨਾਂ ਨਾਲ ਕਾਫੀ ਮਿਲਵਰਤਨ ਸੀ। ਸਾਡੇ ਵਿਆਹਾਂ ਸ਼ਾਦੀਆਂ 'ਚ ਮੁੰਡੇ ਲੜਕਿਆਂ ਦੇ ਆਉਂਦੇ ਸੀ, ਅਸੀਂ ਉਹਨਾਂ ਦੇ ਜਾਂਦੇ ਸਾਂ। ਇੱਕ ਦੂਜੇ ਤੇ ਕਾਫੀ ਇਤਬਾਰ ਸੀ, ਭਰੋਸਾ ਸੀ ਤੇ ਅਸੀਂ ਉਹਨਾਂ ਨੇ ਸਾਡੇ ਕੋਲ ਸਿਕਿਉਰਿਟੀ ਵਜੋਂ ਕਾਗਜ਼ ਮੰਗੇ। ਕਹਿੰਦੇ ਵੀ ਯਾਰ ਅਸੀਂ ਵੀ ਪੈਸਾ ਅੱਗੋਂ ਵਿਆਜੂ ਫੜਨੇ ਆ ਤੇ ਸਾਨੂੰ ਸਿਕਿਉਰਿਟੀ ਵਜੋਂ ਤੁਸੀਂ ਕੋਈ ਨਾ ਕੋਈ ਚੀਜ਼ ਦੇ ਦਿਓ ਤੇ ਜੇ ਕੋਈ ਸਾਨੂੰ ਪੁੱਛੇ ਤੇ ਅਸੀਂ ਵੀ ਵਿਖਾ ਦਿਆਂਗੇ। ਉਹਨਾਂ ਨੇ ਸਾਡੇ ਕੋਲ ਸਿਕਿਉਰਿਟੀ ਵਜੋਂ ਕਈਆਂ ਕੋਲੋਂ ਪ੍ਰਨੋਟ ਲਏ, ਕਈਆਂ ਕੋਲੋਂ ਖਾਲੀ ਚੈੱਕ ਲਏ। ਮੇਰੇ ਕੋਲੋਂ ਉਹਨਾਂ ਨੇ ਅਸਟਾਮ ਲਿਆ ਸੀ ਖਾਲੀ ਚੈੱਕ ਵੀ ਅਸੀਂ ਤੁਹਾਨੂੰ ਵਾਪਸ ਕਰ ਦਿਆਂਗੇ, ਸਾਨੂੰ ਤਾਂ ਵੇਖਣਾ ਹੈ ਜਦੋਂ ਇਹਦੀ ਮਿਆਦ ਮੂਦ ਖਤਮ ਹੋਈ ਤੇ ਅਸੀਂ ਵਾਪਸ ਕਰ ਦਿਆਂਗੇ। ਇਸ ਦੇ ਵਿੱਚ ਹੀ ਉਹਨਾਂ ਨੇ 2010 ਦੇ ਵਿੱਚ ਜੀ ਆਪਣਾ ਬੰਦ ਕਰ ਦਿੱਤੀ ਆੜਤ। ਅਸਾਂ ਝੋਨਾ ਸੱਟ ਕੇ ਤੇ ਅਸੀਂ ਜਦੋਂ 10-12 ਦਿਨਾਂ ਨੂੰ ਉਹਨਾਂ ਦੇ ਪਾਸ ਗਏ ਕਿ ਸਾਨੂੰ ਕੁਝ ਪੈਸੇ ਦੇ ਦਿਓ, ਜਿਹੜੀ ਮਸ਼ੀਨ ਦੀ ਕਟਾਈ ਵਢਾਈ ਦੇ ਔਰ ਟਰਾਲੀਆਂ ਦਾ ਜਿਹੜਾ ਕਿਰਾਇਆ ਸੀ ਉਹ ਅਸੀਂ ਚਾਹੀਦਾ, ਕੋਈ ਘਰੇਲੂ ਲੋੜ ਸੀ, ਸਾਨੂੰ ਥੋੜ੍ਹੇ ਬਹੁਤੇ ਪੈਸੇ ਦੇ ਦਿਓ, ਬਾਕੀ ਆਪਾਂ ਬਾਅਦ 'ਚ ਕਰ ਲਾਂਗੇ। ਚਾਹੀਦੇ ਹੁੰਦੇ ਵਰਤਨ ਵਾਸਤੇ? ਹਾਂਜੀ, ਘਰਾਂ 'ਚ ਵਰਤਣ ਵਾਸਤੇ ਚਾਹੀਦੇ ਹੁੰਦੇ ਨੇ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਆੜਤ ਬੰਦ ਕਰ ਦਿੱਤੀ ਹੈ, ਅਸੀਂ ਤੁਹਾਨੂੰ ਕੋਈ ਪੈਸਾ ਨਹੀਂ ਦੇ ਸਕਦੇ, ਸਾਡਾ ਬਾਹਰ ਪੈਸਾ ਅੜ ਗਿਆ, ਨਾ ਅਸੀਂ ਦੇਣਾ ਤੇ ਨਾ ਸਾਡੇ ਕੋਲ ਆਇਆ ਜੇ ਤੇ ਸਾਡੀ ਝਾਕ ਨਾ ਰੱਖਿਆ ਜੇ। ਤੇ ਸਾਡੇ ਦਾ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਵੀ ਅਸੀਂ 15-16 ਕਿੱਲਿਆਂ ਦੀ ਫਸਲ ਉਹਨਾਂ ਵੱਲੇ ਸੜ ਚੁੱਕੇ ਸਾਂ ਤੇ 4 ਪਰਿਵਾਰ ਸਾਂ, ਫਸਲ ਬੀਜਣੀ ਸੀ, ਸਾਰਾ ਪਰਿਵਾਰਾਂ ਦਾ ਖਰਚਾ, ਬੱਚੇ ਪੜ੍ਹਦੇ ਸੀ, ਇਹ ਕਿਵੇਂ ਕਰਾਂਗੇ? ਅਸੀਂ ਬਾਰ-ਬਾਰ ਮਿੰਨਤਾਂ ਕੀਤੀਆਂ ਪਰ ਉਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ। ਉਹਨਾਂ ਨੇ ਸਾਨੂੰ ਇੱਕ ਵੀ ਪੈਸਾ ਨਹੀਂ ਦਿੱਤਾ ਜੀ। ਤੇ ਆੜਤ ਉਹਨਾਂ ਨੇ ਬੰਦ ਕਰ ਦਿੱਤੀ? ਆੜਤ ਬੰਦ ਕਰਤੀ ਜੀ। ਝੋਨਾ ਸਟਾ ਕੇ, ਝੋਨੇ ਦੀ ਫਸਲ 2010 ਦੇ ਵਿੱਚ, ਅੱਜ ਕੱਲ੍ਹ ਦਾ ਸਮਾਂ ਸੀ ਜੀ 2010 ਦੇ, ਯਾਨੀ ਕਿ 12 ਸਾਲ ਪਹਿਲਾਂ ਦੀ ਗੱਲ ਹੈ। ਤੇ ਫਸਲ ਸਟਾ ਕੇ ਸਾਡੇ ਕੋਲ ਉਹਨਾਂ ਨੇ ਆੜਤ ਜਿਹੜੀ ਨਾ ਆਂਦੇ ਬੰਦ ਕਰਨ ਦਾ ਬਹਾਨਾ ਲਾ ਕੇ ਤੇ ਸਾਨੂੰ ਕੋਈ ਉਹਨਾਂ ਨੇ ਪੈਸਾ ਨਹੀਂ ਦਿੱਤਾ। ਅਸੀਂ ਚੁੱਪ ਕਰਕੇ ਆ ਗਏ। ਅਸੀਂ ਫਿਰ ਕੋਈ ਰਿਸ਼ਤੇਦਾਰਾਂ ਕੋਲੋਂ, ਕੋਈ ਸੱਜਣਾ ਮਿੱਤਰਾਂ ਕੋਲੋਂ, ਕਿਸੇ ਕੋਲ ਖਾਦ ਪੁੱਛ, ਕਿਸੇ ਕੋਲ ਬੀਜ ਪੁੱਛ, ਕਿਸੇ ਕੋਲ ਡੀਜ਼ਲ ਵਾਸਤੇ ਪੈਸੇ ਪੁੱਛ, ਕਿਸੇ ਕੋਲ ਕਿਵੇਂ ਕਰ ਕੇ ਤੇ ਅਸੀਂ ਫਸਲ ਗੱਡੀ ਤੇ ਗੱਡ ਕੇ ਤੇ ਅਸੀਂ ਮਤਲਬ ਵੀ ਬੀਜੀ। ਅਸੀਂ ਕਿਸੇ ਆੜਤੀ ਵੱਲੇ ਜਾਂਦੇ ਸਾਂ ਤਾਂ ਉਹਦੇ ਸਾਰੀ ਫਸਲ ਤੁਸੀਂ ਉਧਰ ਛੱਡ ਦਿੱਤੀ, ਅਸੀਂ ਤੁਹਾਡੀ ਆੜਤ ਨਹੀਂ ਕਰ ਸਕਦੇ। ਤੇ ਸਾਡੇ ਵਾਸਤੇ ਬੜੀ ਮੁਸ਼ਕਲ ਹੋ ਗਈ ਸੀ ਤੇ ਅਸੀਂ ਮਤਲਬ ਵੀ ਬੜੀ ਹੀ ਇੰਨੇ ਮਤਲਬ ਵੀ ਕਸ਼ਟ ਸਹਿ ਤੇ ਜਿਹੜੀ ਫਸਲ ਨੂੰ ਪਕਾ ਕੇ ਤੇ ਅਸੀਂ ਉਹ ਟਾਈਮ ਆਪਦਾ ਟਪਾਇਆ। ਇਸੇ ਦਰਮਿਆਨ ਹੀ ਉਹ ਆ ਗਏ ਕਿ ਸਾਡੇ ਨਾਲ ਹਿਸਾਬ ਕਰੋ। ਅਸੀਂ ਇਹ ਕੌਣ ਆੜਤੀ? ਜਿਹੜੇ ਆੜਤੀ ਆ ਗਏ ਜੀ। ਤੇ ਸਾਡਾ ਉਸ ਟਾਈਮ ਤੇ ਉਹਨਾਂ ਵੱਲੇ ਥੋੜ੍ਹੇ ਜਿਹੇ ਪੈਸੇ ਹੀ ਬਣੇ ਸੀ ਤੇ ਸਾਨੂੰ ਉਹਦੇ ਪੈਸੇ ਦੇ ਦਿਓ। ਅਸੀਂ ਕਿਹਾ ਅਸੀਂ ਦੇ ਦੇਣੇ ਪੈਸੇ ਤੁਹਾਡੇ, ਸਾਡਾ ਕਾਗਜ਼ ਜਿਹੜਾ ਤੁਸੀਂ ਪਹਿਲਾਂ ਕਰਾਇਆ ਸਾਨੂੰ ਵਾਪਸ ਦੇ ਦਿਓ। ਕਹਿੰਦੇ ਜੀ ਦੇ ਦੇਣੇ। ਉਹ ਕਈ ਵਾਰੀ ਸਾਡੇ ਕੋਲ ਪੈਸਾ ਲੈਣ ਆਏ, ਅਸੀਂ ਉਹਨਾਂ ਨੂੰ ਕਹਿੰਦੇ ਸਾਡਾ ਕਾਗਜ਼ ਦਿਓ ਤੇ ਪੈਸੇ ਤੁਹਾਨੂੰ ਅਸੀਂ ਦਿੰਦੇ ਹਾਂ, ਪਰ ਉਹ ਟਾਲ ਮਟੋਲ ਹੀ ਕਰਦੇ ਰਹੇ। ਅਖੀਰ ਵਿੱਚ ਸਾਨੂੰ ਉਦੋਂ ਪਤਾ ਲੱਗਾ ਕਿ ਉਹਨਾਂ ਨੇ 2010 ਦੇ ਵਿੱਚ 1/6/10 ਨੂੰ ਉਹ ਸਟਾਮ ਦੇ ਉੱਤੇ ਐਗਰੀਮੈਂਟ 5 ਕਿੱਲਿਆਂ ਦਾ ਬਣਾ ਲਿਆ। 5 ਲੱਖ ਕਿੱਲੇ ਦੇ ਹਿਸਾਬ ਨਾਲ ਤੇ 25 ਕਿੱਲਿਆਂ ਦਾ, 25 ਲੱਖ ਦੇ ਵਿੱਚ 5 ਕਿੱਲਿਆਂ ਦਾ ਬਿਆਨਾ ਬਣਾ ਕੇ ਤੇ ਸਾਡੇ ਤੇ ਉਹਨਾਂ ਨੇ ਉੱਥੋਂ ਅਦਾਲਤ ਵਿੱਚੋਂ ਸਾਨੂੰ ਗੈਰ ਹਾਜ਼ਰ 25 ਲੱਖ ਦੇ ਵਿਗ ਦੇ ਵਿੱਚ ਤੁਹਾਡੀ 5 ਕਿੱਲਿਆਂ ਦੀ ਕਰਾ ਲਿਆ। ਹਾਂਜੀ, 5 ਕਿੱਲੇ ਦਾ ਸਾਡਾ ਬਿਆਨਾ ਬਣਾ ਲਿਆ
ਤੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਲੱਗਿਆ। ਸਾਨੂੰ ਉਸ ਟਾਈਮ ਤੇ ਪਤਾ ਲੱਗਿਆ ਜਦੋਂ ਅਦਾਲਤ ਦਾ ਸੰਮਣ ਸਾਡੇ ਕੋਲ ਆਇਆ ਕਿ ਤੁਹਾਡੇ ਖਿਲਾਫ ਕੇਸ ਹੋ ਚੁੱਕਾ ਤੇ ਅਸੀਂ ਵੇਖ ਕੇ ਹੈਰਾਨ ਰਹਿ ਗਏ ਵੀ ਗੱਲ ਕੀ। ਜਦੋਂ ਉਹਨਾਂ ਪੁੱਛਿਆ ਉਹ ਕਹਿੰਦੇ ਜੀ ਸਾਡੇ ਤਾਂ ਪੈਸੇ ਹੀ ਇੰਨੇ ਬਣਦੇ ਨੇ, ਸਾਡਾ ਪੈਸਾ 25 ਲੱਖ ਰੁਪਈਆ ਬਣਦਾ, ਜਦੋਂ ਕਿ ਦਿੱਤਾ ਉਹਨਾਂ 17 ਲੱਖ ਸੀ ਸਾਨੂੰ, ਉਹਨਾਂ ਦੇ ਮੁਤਾਬਕ ਦਿੱਤਾ 17 ਵੀ ਨਹੀਂ ਸੀ। ਸਾਡੇ ਪੈਸੇ ਤਾਂ ਉਹਨਾਂ ਕੋਲ, ਕਿਉਂਕਿ ਅਸੀਂ 15-16 ਕਿੱਲਿਆਂ ਦੀ ਝੋਨਾ ਤੇ 20 ਕਿੱਲਿਆਂ ਦੀ ਫਸਲ ਛੱਡਦੇ ਸਾਂ ਤੇ ਪੈਸੇ ਤਾਂ ਸਾਡੇ ਥੋੜੇ ਬਹੁਤੇ ਬਰਾਬਰ ਹੀ ਹੁੰਦੇ ਸੀ। ਤੇ ਅਸੀਂ ਨਾ ਹੀ ਸਾਨੂੰ ਕੋਈ ਜਾਂਦੇ ਸੀ, ਨਾ ਅਸੀਂ ਮਕਾਨ ਬਣਾਇਆ, ਨਾ ਅਸੀਂ ਮਸ਼ੀਨ ਲਈ, ਨਾ ਹੀ ਅਸੀਂ ਕੋਈ ਜ਼ਮੀਨ ਖਰੀਦੀ, ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਸੀ ਵੀ ਜਿੰਦੇ ਤੇ ਸਾਨੂੰ ਕੋਈ 2-4 ਲੱਖ ਦੀ ਲੋੜ ਪਏ। 5-7 ਹਜ਼ਾਰ ਤੋਂ 10 ਹਜ਼ਾਰ ਤੋਂ ਉੱਤੇ ਇਹਨਾਂ ਸਾਨੂੰ ਕਦੇ ਪੈਸਾ ਨਹੀਂ ਦਿੱਤਾ ਸੀ ਜੀ। ਉਹ ਜੀ ਅਸੀਂ ਜਿੰਨੇ ਕਿ ਚਾਹੀਦੇ ਹੁੰਦੇ ਸੀ, ਕੋਈ ਫਸਲ ਦੀ ਕਟਾਈ ਵਹਾਈ ਦੇ ਜਾਂ ਕੋਈ ਜਿਹੜਾ ਉਹ ਜੀ ਫਸਲ ਦੀ ਬਜਾਈ ਵਾਸਤੇ ਤੇ ਘਰੇਲੂ ਥੋੜੀ ਬੋਟੀ ਲੋੜ ਤੋਂ ਇਲਾਵਾ ਹੋਰ ਸਾਨੂੰ ਕਦੇ ਪੈਸਾ ਨਹੀਂ ਦਿੰਦੇ ਸੀ। ਨਹੀਂ ਜੀ। ਇਸ ਤੋਂ ਬਾਅਦ ਉਹਨਾਂ ਨੇ ਕੇਸ ਕਰਤਾ। ਅਸੀਂ ਉਹਨਾਂ ਕੋਲ ਜਾ ਕੇ ਕਈ ਵਾਰੀ ਬੇਨਤੀਆਂ ਕੀਤੀਆਂ, ਅਪੀਲਾਂ ਕੀਤੀਆਂ ਵੀ ਤੁਸੀਂ ਕਰ ਲਓ। ਆਉਂਦੇ ਨਹੀਂ ਜੀ ਅਸੀਂ ਤਾਂ ਹੁਣ ਜਿਹੜੇ 25 ਲੱਖ ਉਹ ਲੈਣਾ ਤੇ ਜਿਹੜਾ ਉੱਤੇ ਖਰਚਾ ਹੋਇਆ ਉਹ ਵੀ ਲੈਣਾ, ਜਿਹੜੇ ਨਹੀਂ ਦਿੱਤੇ ਉਹ ਵੀ ਤੁਹਾਡੇ ਕੋਲ ਸਾਰੇ ਲੈਣੇ ਨੇ। ਸਾਡੇ ਕੋਲ ਤਾਂ ਇੰਨਾ ਪੈਸਾ ਹੈਗੇ ਨਹੀਂ ਸੀ ਤੇ ਉਹਨਾਂ ਨੇ ਸਾਡੇ ਕੋਲ ਜਿਹੜੇ ਉੱਤੇ ਗਵਾਹ ਬਣਾਏ ਉਹ ਸਾਰੇ ਪਿੰਡ ਬਾਜੇ ਕੇ ਦੇ। ਸਾਡੇ ਪਿੰਡ ਦਾ ਕੋਈ ਵੀ ਗਵਾਹ ਨਾ ਸਾਡੇ ਪਰਿਵਾਰ ਦਾ ਜੀ। ਬਾਜੇ ਕੇ ਕਿਤੇ ਤੁਹਾਡੇ ਲੱਗ ਹੀ ਹਾਂ, ਸਾਡੇ 2-3 ਕਿਲੋਮੀਟਰ ਬਾਦਰ ਕੇ ਤੋਂ 2-3 ਕਿਲੋਮੀਟਰ ਦੂਰ ਹੈਗਾ ਬਾਜੇ ਕੇ। ਸਾਰੇ ਗਵਾਹ ਉਹਨਾਂ ਦੇ ਆਪਦੇ, ਇੱਕ ਸਾਲਾ ਕੁਲਜਸ ਦਾ ਸਾਲਾ ਸੀ ਜਿਹੜਾ ਰਾਧਾ ਕ੍ਰਿਸ਼ਨ, ਉਹਨੂੰ ਬਣਾ ਲਿਆ ਤੇ ਆਪਦੇ ਸਾਂਢੂ ਦੇ ਨਾਂ ਉਹਨਾਂ ਨੇ ਬਿਆਨਾ ਬਣਵਾ ਲਿਆ ਤੇ ਸਰਪੰਚ ਵੀ ਉਹਨਾਂ ਦਾ ਰਿਸ਼ਤੇਦਾਰ ਸੀ, ਉਹਦੇ ਤੋਂ ਗਵਾਹੀ ਪਵਾ ਲਈ। ਸਤਨਾਰਾਇਣ ਉਹਨਾਂ ਦੇ ਪਿੰਡ ਦਾ ਹੀ ਜਿਹੜਾ ਕਿ ਛੱਡਿਆ, ਮਤਲਬ ਕੰਮ ਨਹੀਂ ਕਰਦਾ ਸੀ ਵਕਾਲਤ, ਉਹਦੀ 2 ਬੰਦੇ 3 ਦੀ ਗਵਾਹੀ ਪਾ ਕੇ ਤੇ ਇਹ ਸਾਰਾ ਆੜਤੀ ਹੈ ਜਿਹੜਾ। ਹਾਂਜੀ, ਇਹ ਆੜਤੀ ਕਿਹੜੇ ਮੇਨ ਬੰਦੇ ਕਿਹੜੇ ਨਾਮ 'ਚ ਲੈਣੇ ਆੜਤੀ ਜੀ? ਕੁਲਜਸ ਤੇ ਸਰਵਣ ਕੁਮਾਰ ਸਾਲਾ ਪੜੋਈਆ ਨੇ, ਤੇ ਜਿੰਦੇ ਨਾਮ ਕੀਤੀ ਉਹਦੀ ਵੀ ਆੜਤ ਪਹਿਲਾਂ ਸੀ ਹੰਸਰਾਜ ਪੁੱਤਰ ਹਜ਼ਾਰਾ ਰਾਮ, ਪਿੰਡ ਬਾਜੇਕੇ ਦਾ, ਉਹ ਵੀ ਰਹਿਣ ਵਾਲਾ। ਉਹਦੇ ਨਾਂ ਤੇ ਇਹਨਾਂ ਨੇ ਕੇਸ ਕਰਕੇ ਤੇ ਜ਼ਮੀਨ ਸਾਡੀ ਹੜੱਪ ਲਈ, ਸਾਡੇ ਹੇਰਾ ਫੇਰੀ ਨਾਲ ਕਰਕੇ 420 ਕਰਕੇ ਤੇ ਇਹਨਾਂ ਨੇ ਸਾਡੀ ਜ਼ਮੀਨ ਹੜੱਪ ਲਈ। ਤੁਹਾਡੀ ਰਜਿਸਟਰੀ ਕਰਾ ਲਈ ਜ਼ਮੀਨ ਦੀ? ਹਾਂ, ਸਾਡੀ ਰਜਿਸਟਰੀ ਕਰਾ ਲਈ ਔਰ ਜਿਸ ਦਾ ਗਰਦੌਰੀ ਸਾਡੇ ਨਾਲ, ਰਜਿਸਟਰੀ ਉਹਨਾਂ ਕਰਵਾ ਲਈ। ਕਬਜ਼ਾ ਸਾਡਾ 2-3 ਵਾਰੀ ਅਸੀਂ ਮਤਲਬ ਵੀ ਫਸਲ, ਪਿਛਲੇ ਸਾਲ ਅਸੀਂ ਕਣਕ ਗੱਡੀ ਸੀ ਅਪ੍ਰੈਲ 'ਚ, ਇਹਨਾਂ ਨੇ ਆ ਕੇ ਉਹ ਵੀ ਧੱਕੇ ਨਾਲ ਆ ਕੇ ਤੇ ਸਾਡੀ ਸਵੇਰ ਰਾਤ ਨੂੰ 4 ਵਜੇ ਜਾ ਕੇ ਤੇ ਕੱਚੀ ਕਣਕ ਵੱਢ ਕੇ ਲੈ ਗਏ। ਉਸ ਤੋਂ ਬਾਅਦ ਅਸੀਂ ਝੋਨੇ ਦੀ ਫਸਲ ਨੂੰ ਬਿਜਾਈ ਕੀਤੀ ਸੀ ਤੇ ਤਿਆਰ ਹੋ ਗਈ, ਥੋੜਾ ਕੱਚਾ ਸੀ, ਅਸੀਂ 5-7 ਦਿਨਾਂ ਦਾ ਕੱਟਾਂਗੇ ਤੇ ਬੰਦੇ 40-50 ਤੇ ਗੁੰਡੇ ਬਦਮਾਸ਼ ਨਾਲ ਲਿਆ ਕੇ ਤੇ ਇਹਨਾਂ ਨੇ ਸਾਡਾ ਝੋਨਾ ਵੀ ਕੱਟ ਕੇ ਤੇ ਉਹ ਲੈ ਗਏ। ਅਸੀਂ ਦਰਖਾਸਤ ਦਿੱਤੀ ਥਾਣੇ। ਇੱਕ ਦਿਨ ਪਹਿਲਾਂ ਅਸੀਂ SSP ਸਾਹਿਬ ਨੂੰ ਮਿਲਦੇ ਹਾਂ, ਜਿਹੜੇ ਬਾਂਸਲ ਸਾਹਿਬ ਹੈਗੇ ਸੀ। ਅਸੀਂ ਕਿਹਾ ਜਨਾਬ ਸਾਡਾ ਦੂਜਾ ਇਹ ਝੋਨਾ ਕੱਟ ਕੇ ਲੈ ਗਏ ਨੇ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੋ ਤੇ ਸਾਡਾ ਝੋਨਾ ਵਾਪਸ ਕਰਾਓ। ਉਹਨੇ ਥਾਣੇ ਦਰਖਾਸਤ ਮਾਰਕ ਕਰਤੀ, ਨਾ ਅਜੇ ਤੱਕ ਥਾਣੇਦਾਰ ਨੇ ਪੁੱਛਿਆ ਤੇ ਨਾ ਕਿਸੇ ਤਫਤੀਸ਼ੀ ਨੇ ਤੇ ਨਾ DSP ਨਾ SHO ਨੇ ਸਾਡੇ ਨਾਲ ਕੋਈ ਗੱਲ ਹੀ ਨਹੀਂ ਕੀਤੀ। ਉਸ ਤੋਂ 2 ਤਰੀਕ ਦੀ ਗੱਲ ਹੈਗੀ, ਇਹਨਾਂ ਨੇ ਸਾਡਾ 2 ਤਰੀਕ ਨੂੰ ਝੋਨਾ ਵੱਢਿਆ, 2 ਅਕਤੂਬਰ ਨੂੰ, ਤੇ 11 ਅਕਤੂਬਰ ਨੂੰ ਅਸੀਂ ਨਾੜ ਨੂੰ ਅੱਗ ਲਾਉਣੀ ਸੀ। ਨਾੜ ਅਸੀਂ ਉੱਥੇ ਕੱਟਿਆ ਸੀ, ਜਿਹੜਾ ਉਹਦੇ ਬੁੱਚੜ ਹੁੰਦੇ ਨੇ ਜਾਂ ਫੂਸ ਹੁੰਦਾ ਤੇ ਪਾਸੇ ਝੋਨਾ ਸੀ ਤੇ ਅਸੀਂ ਗਏ ਸਾਂ ਤੇ ਮਗਰ ਜਨਾਨੀਆਂ ਵੀ ਸਾਡੀਆਂ ਗਈਆਂ ਰੋਟੀ ਲੈ ਕੇ ਤੇ ਇਹਨਾਂ ਨੇ ਕਿਹਾ ਵੀ ਆਪਾਂ ਪਾਸੇ ਛਡਾ ਕੇ ਤੇ ਝੋਨੇ ਨੂੰ ਅੱਗ ਨਾ ਲੱਗ ਜਾਵੇ ਤੇ ਉਹ ਅਸੀਂ ਇਹ ਕਰਦੇ ਪਏ ਸੀ ਤੇ ਉਹਨੇ ਨੂੰ ਉੱਤੇ 11 ਕੁ ਵਜੇ ਉਹ ਮਸ਼ੀਨ ਲੈ ਕੇ ਆ ਗਏ ਬੋਰ ਦੀ। ਅਸੀਂ ਜ਼ਮੀਨ 'ਚ ਬੋਰ ਕਰਨਾ ਹੈ, ਜਦੋਂ ਕਿ ਉਹਦੇ 'ਚ ਉਹ ਜ਼ਮੀਨ ਵਿੱਚ ਬੋਰ ਕਰਨ ਵਾਲੀ ਜ਼ਮੀਨ, ਹਾਂਜੀ, ਬੋਰ ਕਰਨ ਵਾਸਤੇ ਮਸ਼ੀਨ ਲੈ ਕੇ ਆ। 2 ਟਰੈਕਟਰਾਂ 'ਚ ਬੰਦੇ ਵੀ ਲੱਦੇ ਹੋਏ ਸੀ 20-25 ਤੇ ਬੋਰ ਵੀ ਕਰਨ ਵਾਲਾ ਮਸ਼ੀਨ ਵੀ ਸੀ ਤੇ ਉਹ ਸਾਰਾ ਲੱਦਿਆ 2 ਟਰੈਕਟਰਾਂ 'ਚ ਭਰ ਕੇ ਬੰਦੇ ਤੇ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਤੇ ਉਹ ਆ ਗਏ। ਅਸੀਂ ਉੱਥੇ ਮੌਜੂਦ ਸੀ, ਅਸੀਂ ਮਤਲਬ ਉਹ ਕਰ ਰਹੇ ਸੀ ਆਦੀ ਉਹਨੂੰ ਸਰਕੰਡੇ ਨੂੰ ਇਕੱਠਾ ਕਰ ਰਹੇ ਸੀ ਜਿਹੜੇ ਨਾੜ ਸੀ ਤੇ ਵੀ ਉਹਨੂੰ ਜਦੋਂ ਧੁੱਪ ਲੱਗੀ ਤੇ ਅੱਗ ਲਾਵਾਂਗੇ। ਪਰ ਉਹਨਾਂ ਨੇ ਮਤਲਬ ਵੀ ਉੱਥੇ ਜਦੋਂ ਬੋਰ ਕਰਨਾ ਚਾਲੂ ਕਰਤਾ ਤਾਂ ਸਮਾਨ ਲਾਣਾ ਚਾਲੂ ਕਰਤਾ ਤਾਂ ਅਸੀਂ ਇਹ ਵੀ ਇਹ ਕੀ ਕਰਦੇ, ਅਸੀਂ ਬੋਰ ਕਰਨਾ। ਅਸੀਂ ਇਹ ਵੀ ਬੋਰ ਜਦੋਂ ਅੱਗੇ ਵਿੱਚ ਹੈਗਾ ਮੋਟਰ ਲੱਗੀ ਹੋਈ ਹੈ ਤੇ ਉਹ ਤੁਸੀਂ ਬੋਰ ਕਰਨ ਦੀ ਤੋਕੀ ਕਿਉਂ ਨਹੀਂ ਬਣਦੀ? ਉਹ ਆਂਦੇ ਜ਼ਮੀਨ ਸਾਡੀ ਤੇ ਅਸੀਂ ਤਾਂ ਬੋਰ ਕਰਨਾ ਹੀ ਕਰਨਾ। ਅਸੀਂ ਜਦੋਂ ਰੋਕਿਆ ਉਹ ਸਾਡੇ ਗਲ ਪੈ ਗਏ। ਅਸੀਂ 5 ਜਣੇ ਸਾਂ, ਉਹ 25 ਜਣੇ ਸੀ। ਸਾਡੇ ਸਾਰੇ ਪਰਿਵਾਰ ਦੇ ਸੱਟਾਂ ਲੱਗੀਆਂ, ਜਿੰਦੇ ਮੇਰੇ ਆ ਸਿਰ 'ਚ ਵੀ ਸੱਟ ਲੱਗੀ, ਟਾਂਕੇ ਲੱਗੇ ਨੇ 15-16 ਬਾਂਹ ਤੇ ਲੱਗੀਆਂ, ਕੋਈ ਟੋਈ 'ਚ ਲੱਗੀਆਂ। ਇਸ ਤਰ੍ਹਾਂ ਮੇਰੇ ਲੜਕਾ ਇਹਦੀ ਆ ਬਾਂਹ ਟੁੱਟ ਗਈ, ਇਹਦੇ ਸਿਰ 'ਚ ਵੀ ਸੱਟ ਲੱਗੀ, ਪਿੱਛੇ ਕੰਡ ਤੇ ਵੀ ਲੱਗੀਆਂ। ਇਹ ਮੇਰੀ ਨੂੰਹ ਵੱਡੀ, ਇਹਦੇ ਤੇ ਬਾਂਹ ਇੱਥੇ ਟੁੱਟ ਗਈ। ਹਾਂਜੀ ਭੈਣ ਜੀ, ਕੀ ਗੱਲ ਕੀ ਹੋਈ ਸੀ? ਜਿਵੇਂ ਕਹਿੰਦੇ ਸਹੀ ਗੱਲ ਇਦਾਂ ਹੀ ਹੋਈ ਸੀ? ਹਾਂਜੀ ਇਦਾਂ ਹੀ ਹੋਈ ਸੀ। ਮਤਲਬ ਕਿ ਕੀ ਤੁਹਾਡੇ ਗੱਲ ਪਏ ਸੀ ਤੁਹਾਡੇ ਜਾਂ ਕੀ ਗੱਲ ਕੀ ਹੋਈ ਸੀ? ਹਾਂਜੀ, ਇਹ ਨਾ ਬੋਰ ਕਰਨ ਆਏ ਸੀਗੇ ਤੇ ਅਸੀਂ ਵੀ ਇਹਨਾਂ ਨੂੰ ਰੋਕਣ ਗਏ ਅੱਗੋਂ ਬੋਰ ਕਰਨ ਤੋਂ। ਕਹਿੰਦੇ ਅਸੀਂ ਕਿਹਾ ਵੀ ਬੋਰ ਨਾ ਕਰੋ, ਸਾਡਾ ਬੋਰ ਆਪਦਾ ਹੈਗਾ, ਸਾਡੇ ਨਾਂ ਜ਼ਮੀਨ ਹੈ, ਮੋਟਰ ਵੀ ਸਾਡੇ ਨਾਂ ਹੈ। ਤੇ ਇਹ ਕਹਿੰਦੇ ਵੀ ਨਹੀਂ, ਕਹਿੰਦੇ ਅਸੀਂ ਕਰਾਂਗੇ, ਕੋਈ ਨਹੀਂ ਆ ਜਾਓ ਤੁਹਾਨੂੰ ਵੇਖ ਲੈਨੇ ਅਸੀਂ। ਅੱਛਾ।
ਤੇ ਇਹ ਸਾਡੇ ਗਲ ਪੈ ਗਏ ਨਾ ਸੱਟਾ। ਸਾਡੇ ਸਹੁਰਾ ਜੀ ਨੂੰ ਵੀ ਬਹੁਤ ਲਾਈਆਂ ਨੇ, ਮੇਰੀ ਦਰਾਣੀ ਏ, ਤੇ ਕੱਪੜੇ ਵੀ ਸਾਡੇ ਫਾੜੇ ਨਾ ਮਗਰ ਲੱਗੇ, ਸਾਡੇ ਮੋਬਾਈਲ ਵੀ ਖੋਏ ਸਾਡੇ ਕੋਲੋਂ ਡਾਂਗਾ ਮਾਰ ਮਾਰ ਕੇ ਇਹਨਾਂ ਨੇ। ਮੇਰੀ ਦਰਾਣੀ ਉਹਦੀ ਵੀ ਬਾਂਹ ਟੁੱਟੀ ਹੋਈ, ਕੋਈ ਉਹਦੀ ਹਸਪੀਟਲ 'ਚ ਸੁਣਵਾਈ ਨਹੀਂ ਹੋਈ, ਕੋਈ ਕੁਛ ਨਹੀਂ, ਕੋਈ ਐਕਸਰਾ ਨਹੀਂ ਹੋਇਆ ਹੁੰਦਾ। ਜਿਵੇਂ ਭੈਣ ਨੇ ਦੱਸਿਆ ਕਿ ਇਦਾਂ ਕਰਕੇ ਸੱਟਾਂ ਮਾਰੀਆਂ ਗਈਆਂ ਉਹਨਾਂ ਵੱਲੋਂ, ਤੇ ਫਿਰ ਤੁਸੀਂ ਜਦੋਂ ਦਾਖਲ ਹੋਏ ਜੇ ਹਸਪੀਟਲ 'ਚ ਕੋਈ ਰਿਪੋਰਟ ਤੁਹਾਡੇ ਕੋਈ MLR ਬਣੀ ਆ ਕੋਈ ਜਦੋਂ ਥਾਣੇ ਕੋਈ ਰਿਪੋਰਟ ਦਰਜ ਕੀਤੀ, ਕੋਈ ਦੋਸ਼ੀਆਂ ਤੇ ਕੋਈ ਕਾਰਵਾਈ ਹੋਈ ਕੋਈ? ਸਾਡੇ ਜੀ ਅਸੀਂ 11 ਤਰੀਕ ਨੂੰ ਉੱਥੇ ਸਾਡੇ ਲੜਾਈ ਹੋ ਗਈ ਬਾਹਰ 11 ਕੁ ਵਜੇ, ਤੇ 1 ਵਜੇ ਅਸੀਂ ਹਸਪਤਾਲ ਆ ਗਏ ਸੀ। ਸਾਨੂੰ ਫੋਨ ਕੀਤਾ, ਸਾਡੇ ਮੋਬਾਈਲ ਫੋਨ ਖੋ ਕੇ ਲੈ ਗਏ ਸੀ, ਸਾਡੀ ਡਾਇਰੀਆਂ ਫੋਨ ਵੀ ਖੋ ਕੇ ਲੈ ਗਏ ਜੀ, ਫੋਨ ਵੀ ਸਾਡੇ ਖੋ ਕੇ ਸਾਰਿਆਂ ਦੇ ਲੈ ਗਏ, ਤੇ ਪੈਸੇ ਸੀ ਮੇਰੇ ਕੋਲ 50,000 ਰੁਪਈਆ। ਇਸ ਲੜਕੇ ਨੇ ਆਪਦੇ ਵੱਡੇ ਸਾਲੇ ਤੋਂ ਲਿਆਂਦਾ ਸੀ, ਉਹਨੇ ਫੌਜੀ ਹੈਗਾ, ਉਹਦੇ ਕੋਲ ਲਿਆਂਦਾ ਸੀ ਵੀ ਸਾਨੂੰ ਲੋੜ ਹੈਗੀ, ਅਸੀਂ ਮੱਕੀ ਕੱਢਣੀ ਤੇ ਰੁਪਈਆ 10-15,000 ਇਹਦੇ ਖਰਚਾ ਆ ਜਾਣਾ, ਕੋਈ ਸਾਡੀ ਘਰੇਲੂ ਲੋੜ ਸੀ ਤੇ ਅਸੀਂ ਝੋਨਾ ਕੱਟ ਕੇ ਦੇ ਦਿਆਂਗੇ ਤੁਹਾਨੂੰ। ਉਹ ਵੀ ਜੇਬ 'ਚ ਖੋ ਕੇ ਲੈ ਗਏ, ਤੇ ਉਹਦੀ ਅਸੀਂ ਦਰਖਾਸਤ ਥਾਣੇ ਦੇ ਦਿੱਤੀ ਸੀ, ਜਿੰਦੀ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਉਹਨਾਂ ਤੇ 23-24 ਦਾ ਰਿਜ਼ਲਟ ਸਾਨੂੰ ਇੱਕ ਵਾਰੀ ਭੇਜਿਆ ਸੀ, ਅੰਡਰ ਐਕਸਰੇ ਰਿਪੋਰਟਾਂ ਬਾਕੀ ਸੀ। ਉਸ ਤੋਂ ਬਾਅਦ ਉਹਦੇ ਤੇ SC ਐਕਟ ਜਿਹੜਾ ਮਤਲਬ ਵੀ ਲੱਗ ਗਿਆ ਸੀ, ਤੇ ਹਾਂਜੀ, ਪਰ ਅਜੇ ਤੱਕ ਉਸ ਬੰਦਿਆਂ ਨੂੰ ਅਰੈਸਟ ਤਾਂ ਕੀ ਕਰਨਾ, ਉਹਨਾਂ ਨੂੰ ਪੁੱਛਿਆ ਤੱਕ ਵੀ ਨਹੀਂ। ਦੋਸ਼ੀਆਂ ਨਾਲ ਉਹ ਫੋਨਾਂ ਤੇ ਗੱਲਾਂ ਕਰਦੇ ਨੇ, ਉਹਨਾਂ ਹੱਥ ਮਿਲਾਉਂਦੇ ਨੇ, ਪਰ ਅਜੇ ਤੱਕ ਉਹਨਾਂ ਦੋਸ਼ੀਆਂ ਨੂੰ ਕਦੇ ਆਵਾਜ਼ ਵੀ ਨਹੀਂ ਮਾਰੀ ਵੀ ਤੁਹਾਡੇ ਤੇ ਪਰਚਾ ਹੈ, ਤੁਸੀਂ ਕਿਉਂ ਉੱਥੇ ਜਾਂਦੇ। ਉਸ ਤੋਂ ਐਕਸਰੇ ਤੁਹਾਡੇ ਹੋਏ ਨਹੀਂ? ਐਕਸਰੇ ਸਾਡੇ ਜੀ 2-3 ਦੇ ਹੋ ਗਏ ਸੀ। ਇਹ ਮੇਰੀ ਵੱਡੀ ਨੂੰਹ ਹੈਗੀ, ਇਹਦਾ ਐਕਸਰਾ ਨਹੀਂ ਹੋਇਆ ਸੀ। ਇਹਦਾ ਡਾਕਟਰ ਦੀ ਆਗਿਆਪਾਲ ਦੇ ਡਾਕਟਰ ਹੈਗਾ, ਉਹਦੀ ਗਲਤੀ ਨਾਲ ਸੱਟ ਸੱਜੇ ਹੱਥ ਤੇ ਲੱਗੀ ਸੀ, ਜਿਹੜੇ ਅੱਜ ਵੀ ਮੌਜੂਦ ਹੈ। ਟੁੱਟੀ ਸੀ, ਇੱਥੋਂ ਹੱਡੀ ਫ੍ਰੈਕਚਰ ਸੀ, ਸਾਡੇ ਕੋਲ ਐਕਸਰੇ ਵੀ ਮੌਜੂਦ ਨੇ, ਪ੍ਰਾਈਵੇਟ ਅਸੀਂ ਕਰਾਏ ਸੀ, ਪਰ ਉਹਨੇ ਗਲਤੀ ਨਾਲ ਸੱਟ ਖੱਬੇ ਹੱਥ ਤੇ ਬਣਾ ਦਿੱਤੀ। ਅਸੀਂ ਕਿੰਨੀ ਵਾਰੀ ਸੱਜੇ ਤੇ ਬਣਾ ਲਿਖ ਖੱਬੇ ਤੇ ਦਿੱਤੀ। ਇਹ ਗੱਲ ਸਹੀ ਹੈ ਭੈਣ ਜੀ? ਇਦਾਂ ਬਿਲਕੁਲ ਵੀਰੇ ਸਹੀ ਹੈ, ਤੇ ਅਸੀਂ ਵੀ ਬਹੁਤ ਵੀ ਦੇਣ ਰਹੇ ਵੀ ਸਾਡੀ ਜੋ ਵੀ ਸੱਟ ਹੈ ਤੁਸੀਂ ਸੱਜੇ ਹੱਥ ਦੀ ਕਬੂਲ ਕੀਤੀ ਜਾਵੇ, ਇਹਨਾਂ ਨੇ ਨਹੀਂ ਸੀ ਕੀਤੀ। ਫਿਰ ਅਸੀਂ ਕਿੰਨੇ ਦਿਨ ਵੀ ਮੈਂ ਕਾਫੀ ਦਿਨ ਹਸਪਤਾਲ ਫਿਰ ਰਹੀ, ਵੱਧ ਵੀ 10 ਦਿਨ ਅਸੀਂ ਵੱਧ ਰਹਿ ਗਏ ਵੀ ਸਾਡਾ ਮਸਲਾ ਹੱਲ ਹੋ ਜਾਏਗਾ। ਨਹੀਂ, ਪਰ ਇਸ ਤਰ੍ਹਾਂ ਦਾ ਨਹੀਂ ਕਿ ਕਈ ਵਾਰ ਹੋਵੇ ਕਿ ਦੋਵਾਂ ਹੱਥਾਂ ਤੇ ਸੱਟ ਵੱਜੀ ਹੋ, ਕਿ ਤੁਹਾਡੀ ਸੱਟ ਇੱਕ ਤੇ ਵੱਜੀ, ਦੂਜੀ ਸੱਟ ਵੱਜੀ ਨਹੀਂ ਦੂਜੇ ਹੱਥ ਤੇ? ਨਹੀਂ ਵੀਰੇ, ਸੱਟ ਤਾਂ ਮੇਰੇ ਨਾਲ ਕਲੀਨ ਨਾਲ ਡਾਂਗਾ ਮੇਰੇ ਇੱਥੇ ਵੀ ਵੱਜੀਆਂ ਸੀ, ਇੱਥੇ ਵੱਜੀਆਂ ਸੀ, ਤੇ ਜਿਹੜੇ ਮੇਰੀ ਸੱਟ ਮਜ਼ਬੂਤਾ ਸੀ ਦੀ ਉਹ ਮੇਰੇ ਸੱਜੇ ਹੱਥ ਤੇ ਵੀ ਮੇਰੀ ਉਂਗਲ ਟੁੱਟ ਗਈ ਸੀ, ਫ੍ਰੈਕਚਰ ਹੋ ਗਈ ਸੀ। ਦੂਜਾ ਹੱਥ ਸਹੀ ਸੀ? ਦੂਜਾ ਹੱਥ ਮੇਰਾ ਬਿਲਕੁਲ ਸਹੀ ਸੀ, ਸੱਜੇ ਖੱਬੇ ਹੱਥ ਦਾ ਮੇਰਾ ਅਕਸਰਾ ਕਰ ਰਿਹਾ ਸੀ, ਤੇ ਪਰ ਮੇਰੇ ਜਿੱਧਰ ਸੱਟ ਲੱਗੀ ਉਸ ਹੱਥ ਦਾ ਮੇਰਾ ਅਕਸਰੇ ਦੀ ਰਿਪੋਰਟ ਨਹੀਂ ਲੈ ਰਹੀ ਸੀ। ਉਸ ਦੀ ਨਹੀਂ ਲੈ ਰਹੇ? ਹਾਂਜੀ, ਨਹੀਂ ਲੈ ਰਹੇ। ਹਾਂਜੀ, ਇਹਦੇ ਸਬੰਧ ਵਿੱਚ ਅਸੀਂ ਬਾਰ-ਬਾਰ ਹੀ ਉਹਨਾਂ ਨੂੰ ਕਹਿ ਕੇ ਜਾਣੀ ਕਿ ਅਸੀਂ ਉੱਥੇ 11 ਤਰੀਕ ਤੇ ਦਾਖਲ ਹੋ ਕੇ ਤੇ ਅਸੀਂ ਉੱਥੇ 20-25 ਦਿਨ ਜੀ ਰਹੇ ਹਾਂ, ਪਰ ਸਾਡੇ ਕਿਸੇ ਨਹੀਂ ਹੈ। ਫਿਰ ਸਾਡਾ ਕਾਂਵੜ ਕਸ਼ਮੀਰ ਸਿੰਘ ਹੈ, ਜ਼ਿਲ੍ਹਾ ਸੈਕਟਰੀ CPI, ਇਹਨਾਂ ਨੂੰ ਨਾਲ ਲੈ ਕੇ ਤੇ ਅਸੀਂ ਸਿਵਲ ਸਰਜਨ ਨੂੰ ਮਿਲੇ ਵੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ, ਤੇ ਤੁਸੀਂ ਉਹਨਾਂ ਨੂੰ ਕਹੋ। ਉਹਨੇ ਕਿਹਾ ਵੀ ਉਹਨੇ ਪੁੱਛਿਆ ਤੇ ਕਹਿੰਦੇ ਵੀ ਉਹ ਡਾਕਟਰ ਨਹੀਂ ਮੰਨਦੇ, ਤੇ ਮੈਂ ਬੋਰਡ ਬਣਾ ਸਕਣਾ, ਬੋਰਡ ਜੋ ਫੈਸਲਾ ਕਰੇਗਾ ਤੁਹਾਨੂੰ ਮੰਨਣਾ ਪਏਗਾ। ਇਹ ਜੀ ਬੋਰਡ ਦੀ ਦਰਖਾਸਤ ਅਸੀਂ ਦੇ ਦਿੱਤੀ ਸੀ 1/11 ਨੂੰ, ਉਹਨਾਂ ਨੂੰ ਦਰਖਾਸਤ ਦਿੱਤੀ, ਤੇ ਉਹਨਾਂ ਨੇ ਸਾਨੂੰ ਕਿਹਾ ਦੂਜੇ ਦਿਨ ਆ ਜਾਓ। ਉਹਨਾਂ ਨੇ 2/11 ਨੂੰ ਮਤਲਬ ਵੀ 3 ਦਿਨਾਂ ਦੇ ਨੋਟਿਸ ਦੇ ਕੇ ਤੇ ਵੀ ਬੋਰਡ ਬਣਾ ਕੇ ਤੇ ਰਿਪੋਰਟ ਕਰੋ, SMO ਫਿਰੋਜ਼ਪੁਰ ਨੂੰ ਲਿਖ ਦਿੱਤਾ ਸੀ। ਉਹਨਾਂ ਨੇ ਆਪ ਦਾ ਹੁਣ 20 ਤਰੀਕ ਹੋ ਗਈ, ਫਿਰ ਕੋਈ ਬਣਿਆ ਬੋਰਡ? ਆਹ ਵੇਖੋ ਜੀ 31/17 ਤੇ 31,117 ਨੰਬਰ 2/11 ਨੂੰ SMO ਦੇ ਦਫ਼ਤਰ ਦਾ ਨੰਬਰ ਲੱਗਿਆ, ਰਿਸੀਵਡ ਨੰਬਰ ਲੱਗਿਆ ਸੀ, ਤੇ ਅਸੀਂ 2-3 ਦਿਨਾਂ ਦੀ ਰਿਪੋਰਟ ਬਣਾ ਕੇ ਦੇਵਾਂਗੇ। ਪਰ ਅੱਜ ਤੱਕ ਬੀਤ ਗਿਆ, ਨਾ ਸਾਨੂੰ ਕੋਈ ਮੈਸੇਜ ਆਇਆ ਵੀ ਤੁਹਾਡਾ ਬੋਰਡ ਬਣ ਗਿਆ, ਤੁਸੀਂ ਆ ਕੇ ਬਿਆਨ ਦਿਓ ਜਾਂ ਐਕਸਰਾ ਕਰਾਓ, ਨਾ ਹੀ ਸਾਨੂੰ ਦੱਸਿਆ ਗਿਆ। ਅਸੀਂ ਤਾਂ ਉਸ ਤੋਂ ਬੱਚੇ ਗੇੜੇ ਮਾਰ ਰਹੇ ਹਾਂ, ਸਾਨੂੰ ਕੋਈ ਪਤਾ ਹੀ ਨਹੀਂ ਲੱਗਦਾ ਵੀ ਕਿਹਨੂੰ ਮਿਲੀਏ, ਤੇ ਨਾ ਕੋਈ ਗੱਲ ਕਰਦਾ, ਤੇ ਨਾ ਹੀ ਅੱਜ ਤੱਕ ਸਾਡਾ ਐਕਸਰਾ ਹੋਇਆ, ਤੇ ਨਾ ਹੀ ਸਾਡੀ ਕਿਸੇ ਬਾਤ ਪੁੱਛੀ, ਨਾ ਪੁਲਿਸ ਨੇ ਪੁੱਛੀ, ਨਾ ਸਾਡੀ ਡਾਕਟਰ SMO ਨੇ ਪੁੱਛੀ, ਨਾ ਸਿਵਲ ਸਰਜਨ ਨੇ ਵੀ ਕੋਈ। ਹੁਣ ਜਿਹੜੀ ਤੁਹਾਡੀ ਤੁਸੀਂ ਕਹਿ ਰਹੇ ਹੋ ਕਿ 420 ਕਰਕੇ ਉਹਨਾਂ ਨੇ ਰਜਿਸਟਰੀ ਕਰਾ ਲਈ, ਤੁਹਾਡਾ ਕਹਿਣਾ ਵਾ, ਤੇ ਉਹਦਾ ਜਿਹੜੀ ਜ਼ਮੀਨ ਦੀ ਤੁਸੀਂ ਗੱਲ ਕਰ ਰਹੇ ਹੋ, ਉਹਦਾ ਕਬਜ਼ਾ ਹੁਣ ਇਸ ਵਕਤ ਕਿਹਦੇ ਕੋਲੇ ਆ? ਕਬਜ਼ਾ ਜੀ ਸਾਡੇ ਕੋਲੇ, ਅਸੀਂ ਫਸਲ ਕੱਢ ਰਹੇ ਹਾਂ, ਉਹ ਬੰਦੇ ਬੜੇ ਤਨਾੜ ਨੇ, ਪਰ ਧੱਕੇ ਨਾਲ ਮੌਕਾ ਦੇ ਵਿੱਚ ਉਹ ਆ ਕੇ ਤੇ ਬੰਦੇ 40-50 ਲਿਆ ਕੇ ਪੁਲਿਸ ਦੇ ਨਾਲ ਗੰਢ ਤੁੱਪ ਕਰਕੇ ਫਸਲ ਵੱਢ ਕੇ ਉਹ ਲੈ ਜਾਂਦੇ। ਹਾਂਜੀ ਵੀਰ ਜੀ, ਕੀ ਕਹੋ? ਹਾਂਜੀ ਜੀ, ਜੇ ਉਹ ਕਿਹਾ ਇਹਨਾਂ ਨੇ ਭਾਈ ਸਾਹਿਬ ਨੇ ਕਿ ਸਹੀ ਹੈ ਗੱਲ ਕੋਈ? ਠੀਕ ਬਿਲਕੁਲ। ਅੱਛਾ, ਮਤਲਬ ਕਿ ਧੱਕਾ ਹੋਇਆ ਤੁਹਾਡੇ ਨਾਲ ਸਾਰਾ ਕੁਝ ਇਦਾਂ ਹੀ? ਬਹੁਤ ਕੁੱਟਿਆ ਜੀ ਉਹਨਾਂ ਆਣ ਕੇ, ਇੱਕ ਅਗਰੋਹ ਬਣਿਆ, ਫਿਰ ਜ਼ਮੀਨ ਤੇ ਲਾਉਣ ਸੀ ਜੀ, ਤੇ ਰਜਿਸਟਰੀ ਉਹਨਾਂ ਫਿਰ ਵੀ ਕਰਾ ਲਈ। ਇਹ ਹਿਸਾਬ ਲਾਓ ਤੁਸੀਂ। ਅੱਛਾ, ਜ਼ਮੀਨ ਤੇ ਲਾਉਣ ਹੁੰਦਿਆਂ ਵੀ ਅੱਛਾ, ਰਜਿਸਟਰੀ ਹਾਲਾਂਕਿ ਹੋ ਨਹੀਂ ਸਕਦੀ। ਅੱਛਾ, ਹਾਂਜੀ ਹਾਂਜੀ, ਉਹ ਜਿਹੜੀ ਲੜਕਾ ਗੱਲ ਕਰ ਰਿਹਾ ਹੈ, ਜਿਹੜੀ ਉਹਨਾਂ ਰਜਿਸਟਰੀ ਕਰਾਈ, ਇਹਦੇ 'ਚ ਸਟੇਟ ਬੈਂਕ ਆਫ ਇੰਡੀਆ ਗੁਰੂ ਸਾਹਿਬ ਦੀ ਬ੍ਰਾਂਚ ਤੋਂ ਅਸੀਂ 3 ਲੱਖ ਦੀ ਗੋਲਡ ਲੋਨ ਲਿਆ, ਮਤਲਬ ਗੋਲਡ ਲਿਮਟ ਬਣਾਈ ਹੋਈ ਹੈ, ਤੇ ਇੱਕ ਸਟੇਟ ਬੈਂਕ ਆਫ ਇੰਡੀਆ ਗੋਲੂਕੇ ਤੋਂ 2.5 ਲੱਖ ਦੀ ਲਿਮਟ ਬਣਾਈ। ਉਹ ਲਿਮਟਾਂ ਬੱਝੀਆਂ ਹੋਣ ਦੇ ਬਾਵਜੂਦ ਵੀ
ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਰਜਿਸਟਰੀ ਫੇਰ ਵੀ ਕਰਤੀ, ਕਲੀਅਰ ਨਹੀਂ ਕੀਤੀਆਂ ਗਈਆਂ? ਨਹੀਂ ਕਲੀਅਰ ਕੀਤੀ ਹੈ। ਅੱਗੇ ਪਹਿਲੀ ਬੈਂਕ ਪਲਾਜੇ, ਪਰ ਉਹਨਾਂ ਨੇ ਫਿਰ ਵੀ ਦੂਜੀ ਥਾਂ ਤੇ ਟ੍ਰਾਂਸਫਰ ਕਰਤੀ ਜ਼ਮੀਨ। ਇੰਨਾ ਧੱਕਾ ਕੀਤਾ ਜੀ। ਤੇ ਹੁਣ ਕੀ ਤੁਹਾਡੀ ਮੰਗ ਕੀ ਆ? ਮੰਗ ਕੀ ਕਰਦੇ ਹੋ? ਅਸੀਂ ਇਹ ਮੰਗ ਕਰਨੇ ਆ ਵੀ ਪੜਤਾਲ ਕਰਵਾ ਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਸਾਡੀ ਜ਼ਮੀਨ ਸਾਨੂੰ ਦਵਾਈ ਜਾਵੇ, ਤੇ ਜਿਹੜੇ ਉਹਨਾਂ ਦੇ ਖਿਲਾਫ ਹੋਈ ਐਕਸ਼ਨ ਉਹ ਸਰਕਾਰ ਸਖਤੀ ਨਾਲ ਮਤਲਬ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਕੇ ਉਹਨੂੰ ਅਰੈਸਟ ਕਰੇ, ਤੇ ਜਿਹੜਾ ਸਾਨੂੰ ਇਨਸਾਫ ਮਿਲ ਸਕੇ। ਨਹੀਂ ਤਾਂ ਸਾਡੇ ਨਾਲ ਬਹੁਤ ਧੱਕਾ ਪ੍ਰਸ਼ਾਸਨ ਨੇ, ਨਾ ਅਸੀਂ ਡੀਸੀ ਸਾਹਿਬ ਨੂੰ ਮਿਲੇ ਆ, ਮੈਡਮ ਜੀ ਨੂੰ ਮਿਲੇ ਆ, ਇਸ ਤੋਂ ਪਹਿਲਾਂ ਜਿਹੜਾ ਹੋਣ ਵਾਲੇ ਡੀਸੀ ਨੂੰ ਮੈਡਮ ਨੂੰ ਨਹੀਂ, ਇਸ ਤੋਂ ਪਹਿਲਾਂ 2-3 ਐਸਐਸਪੀ ਨੂੰ ਅਸੀਂ ਮਿਲੇ ਆ। ਕਿਸੇ ਡੀਐਸਪੀ ਨੇ, ਕਿਸੇ ਐਸਐਸਪੀ ਨੇ, ਕਿਸੇ ਐਸਐਚਓ ਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ ਅੱਜ ਤੱਕ, ਨਾ ਸਾਨੂੰ ਪੁੱਛਿਆ। ਸਾਨੂੰ ਹੀ ਉਲਟਾ ਦਬਕੇ ਮਾਰਦੇ ਨੇ, ਉਹਨਾਂ ਨੂੰ ਨਹੀਂ ਪੁੱਛਦੇ, ਉਹਨਾਂ ਨਾਲ ਮਿਲੇ ਨੇ। ਤੇ ਸਾਡੀ ਤੇ ਇਹ ਮੰਗ ਹੈ ਵੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਕੇ ਪੁਲਿਸ ਮਹਿਕਮੇ ਨੂੰ ਹਦਾਇਤ ਕੀਤੀ ਜਾਵੇ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਕੇ ਉਹਨੂੰ ਅਰੈਸਟ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ, ਸਾਡੀ ਜ਼ਮੀਨ ਸਾਨੂੰ ਦਵਾਈ ਜਾਵੇ। ਦਰਸ਼ਕੋ, ਗੱਲਬਾਤ ਤੁਸੀਂ ਸੁਣੀ। ਜਿਵੇਂ ਕਿਸਾਨ ਦਾ ਕਹਿਣਾ ਕਿ 420 ਕਰਕੇ ਇਹਨਾਂ ਦੀ ਜਿਹੜੀ ਆ ਜ਼ਮੀਨ ਆ ਜਿਹੜੀ ਉਹਦੀ ਰਜਿਸਟਰੀ ਕਰਾਈ ਗਈ, ਤੇ ਅੱਜ ਇਹਨਾਂ ਦੀ ਮੰਗ ਆ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਜਿਹੜਾ ਬਣਦਾ ਇਨਸਾਫ ਜਿਹੜਾ ਉਹ ਸਾਹਿਬ ਵਾਲੇ ਮਸਲੇ ਨੂੰ ਲੈ ਕੇ ਸਾਡੇ ਨਾਲ ਇੱਥੇ ਜੁੜੇ ਹੋਏ ਨੇ ਸੂਬਾਈ ਕਿਸਾਨ ਆਗੂ ਸਰਦਾਰ ਕਸ਼ਮੀਰ ਸਿੰਘ ਜੀ, ਸਰਦਾਰ ਯਸ਼ਪਾਲ ਸਿੰਘ ਜੀ, ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਾਰੀ, ਤੇ ਇਹਨਾਂ ਦੇ ਕੋਲੋਂ ਵੀ ਜਾਣਦੇ ਆ ਇਹਨਾਂ ਨੇ ਮਸਲੇ ਦੇ ਉੱਤੇ ਕਾਫੀ ਉਸ ਮਸਲੇ ਨੂੰ ਵਾਚਿਆ ਵਾ, ਸਾਰਾ ਮਸਲੇ ਦੇ ਵਿੱਚ ਇਹ ਵਿਚਰੇ ਨੇ। ਹਾਂਜੀ ਪ੍ਰਧਾਨ ਸਾਹਿਬ, ਪਹਿਲਾਂ ਤੇ ਮਸਲੇ ਬਾਰੇ ਜਾਣਕਾਰੀ ਦਿਓ। ਤੁਸੀਂ ਮਸਲੇ ਨੂੰ ਵਾਚ ਕੀਤਾ ਵਾ, ਸਾਰਾ ਮਸਲੇ ਦੇ ਵਿੱਚ ਵਿਚਰੇ ਹੋ, ਕਿਵੇਂ ਆ ਮਸਲਾ? ਇਹ ਜਦੋਂ ਮਤਲਬ ਝਗੜਾ ਹੋ ਜਾਂਦਾ ਉਸ ਤੇ, ਉਹ ਝਗੜੇ ਤੋਂ ਬਾਅਦ ਅਸੀਂ ਲਗਾਤਾਰ ਇਸ ਕੇਸ ਦੇ ਮਗਰ ਰਾਬਤੇ 'ਚ ਰਹੇ ਹਾਂ। ਅਸੀਂ 13 ਤਰੀਕ ਨੂੰ ਡੀਐਸਪੀ, ਪਹਿਲੋਂ ਅਸੀਂ 12 ਤਰੀਕ ਨੂੰ ਜਿਹੜਾ ਐਸਐਚਓ ਗੁਰੂ ਹਰਸਾਏ ਆ, ਜਿਹਦੇ ਕੋਲ ਥਾਣਾ ਜਿਹੜਾ ਇੰਸਪੈਕਟਰ ਸੀ ਉੱਥੇ ਇੰਚਾਰਜ ਆ, ਉਹਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ। ਤੇ ਜਦੋਂ ਅਸੀਂ ਉਹਨੂੰ ਇਹ ਪਤਾ ਲੱਗ ਗਿਆ ਨਾ ਵੀ ਉਹ ਢੋਲਾ ਮਾਈ ਵਾਲੇ ਝਗੜੇ ਬਾਰੇ ਪੁਲਿਸ ਆਏ ਆ ਬੰਦੇ, ਉਹ ਸਾਨੂੰ ਵੇਖ ਕੇ ਤੇ ਬਿਲਕੁਲ ਕਿਉਂ ਅਸੀਂ ਉਹਨੂੰ ਜਾਣਦੇ ਨਹੀਂ ਸੀ, ਸਾਨੂੰ ਬਾਅਦ 'ਚ ਇਹਨੂੰ ਪੁੱਛਿਆ ਉਹਦੇ ਉਹ ਚਲੇ ਗਿਆ, ਤੁਹਾਡੇ ਸਾਹਮਣੇ ਤੇ ਚਲੇ ਗਿਆ। ਅੱਛਾ, ਅਸੀਂ ਕੋਸ਼ਿਸ਼ ਕੀਤੀ ਆ ਉਹਨੂੰ ਮਿਲਣ ਦੀ, ਪਰ ਉਹ ਸਾਨੂੰ ਮਿਲਿਆ ਨਹੀਂ। ਉਦੋਂ ਟਾਲ ਕੀਤੀ, ਹਾਂਜੀ, ਟਾਲ-ਮਟੋਲ ਕਰਦਾ ਰਿਹਾ। ਉਦੋਂ ਅਗਲੇ ਦਿਨ ਅਸੀਂ ਡੀਐਸਪੀ ਨਾਲ ਪਹੁੰਚ ਕੀਤੀ। ਚਲੋ ਡੀਐਸਪੀ ਨੇ ਸਾਨੂੰ ਬੁਲਾ ਲਿਆ, ਅਸੀਂ ਉਹਦੇ ਕੋਲ ਡੀਐਸਪੀ ਕੋਲ ਚਲੇ ਗਏ ਆ। ਜਦੋਂ ਅਸੀਂ ਗਏ ਆ, ਬੁਲਾਇਆ ਨਹੀਂ, ਅਸੀਂ ਘਰ ਖਲੋਤੇ ਰਹੇ ਕਿੰਨਾ ਚਿਰ। ਜਦੋਂ ਅਖੀਰ ਤੇ ਅਸੀਂ ਆਪਣੇ ਅੰਦਰ ਚਲੇ ਗਏ ਆ। ਡੀਐਸਪੀ ਸਾਹਿਬ ਬਾਜਵਾ ਸਾਹਿਬ ਆ ਉੱਥੇ, ਜਾਦਵਿੰਦਰ ਬਾਜਵਾ, ਤੇ ਉਹਨਾਂ ਨੂੰ ਜਦੋਂ ਅਸੀਂ ਮਤਲਬ ਜਾ ਕੇ ਸਾਡੇ ਸਾਹਮਣੇ ਉਹ ਟੈਲੀਫੋਨ ਲਾ ਕੇ ਕਿਤੇ ਆਪਦੀ ਗੱਲ ਕਰਦੇ ਰਹੇ 5-7 ਮਿੰਟ। ਬਾਅਦ 'ਚ ਜਦੋਂ ਸਾਡੇ ਨਾਲ ਗੱਲ ਕਰਨ ਲੱਗੇ ਤਾਂ ਉਹਨਾਂ ਦਾ ਵਤੀਰਾ ਜਿਹੜਾ ਸਾਡੇ ਨਾਲ ਵੀ, ਮੇਰੇ ਨਾਲ ਸਰਪੰਚ ਸਾਹਿਬ ਸੀ, ਇਹ ਬਲਕਾਰ ਸਿੰਘ ਕਾਮਰੇਡ ਸਾਡੇ ਬਸਤੀ ਸੋਢੀਆਂ ਤੋਂ, ਔਰ ਉਹ ਹੋਰ ਸੀ 2-3 ਜਾਣੇ, ਤੇ ਉਹਨਾਂ ਦਾ ਵਤੀਰਾ ਸਾਡੇ ਨਾਲ ਬੜਾ ਰੁੱਖਾ ਸੀ। ਉਹ ਦੂਜੇ ਧਿਰ ਦੀ ਗੱਲ ਕਰ ਰਹੇ ਸੀ। ਉਸ ਟਾਈਮ ਤੇ ਉੱਥੇ ਲੱਗੇ ਜਿਹੜਾ ਸਬ ਇੰਸਪੈਕਟਰ ਅਸ਼ਵਨੀ ਕੁਮਾਰ ਆ, ਉਹਨੂੰ ਬੁਲਾ ਲਿਆ, ਜਿਹੜਾ ਆਈਓ ਆ। ਉਹ ਵੀ ਜਿੰਨੀ ਗੱਲ ਕੀਤੀ ਆ ਉਹਨੇ ਟੋਟਲ ਏ ਤੋਂ ਲੈ ਕੇ ਜ਼ੈਡ ਤੱਕ ਸਾਰੀ ਉਸ ਦੋਸ਼ੀਆਂ ਦੀ ਗੱਲ ਕੀਤੀ ਆ, ਉਹਨਾਂ ਦੇ ਪੱਖ 'ਚ, ਉਹਨਾਂ ਦੇ ਹੱਕ 'ਚ ਗੱਲ ਕੀਤੀ ਆ। ਇੰਸਪੈਕਟਰ ਨੇ ਉਹਨਾਂ ਦੇ ਹੱਕ 'ਚ ਗੱਲ ਕੀਤੀ ਆ, ਔਰ ਡੀਐਸਪੀ ਸਾਹਿਬ ਜਿਹੜਾ ਸੀ ਬਾਜਵਾ ਸਾਹਿਬ, ਉਹਨੇ ਉਹਨਾਂ ਦੇ ਹੱਕ 'ਚ ਗੱਲ ਕੀਤੀ ਆ। ਉਹ ਜੀ ਪੈਲੀ ਉਹਨਾਂ ਦੀ ਆ, ਉਹਨਾਂ ਨੇ ਇੱਥੋਂ ਆਰਡਰ ਕਰਾ ਲਿਆ। ਅਸੀਂ ਕਿਹਾ ਵੀ ਉਹ ਪੈਲੀ ਤੇ ਹੈਗੀ ਆ। ਕਹਿੰਦੇ ਉਹਨਾਂ ਨੂੰ ਜਵਾਬ ਨਹੀਂ ਦਿੱਤੇ ਤੁਸੀਂ? ਅਸੀਂ ਜਵਾਬ ਦਿੱਤੇ ਆ, ਫਿਰ ਅਸੀਂ ਗੱਲ ਕੀਤੀ ਆ। ਅਸੀਂ ਕਿਹਾ ਵੀ ਤੁਸੀਂ ਇਨਸਾਫ ਦੀ ਗੱਲ ਕਰੋ, ਤੁਸੀਂ ਅਫਸਰ ਆ। ਨਹੀਂ, ਇਨਸਾਫ ਕਰਾਂਗੇ, ਪਰ ਉਹ ਜਿਹੜਾ ਸਾਨੂੰ ਉਦੋਂ ਮੈਂ ਬਾਹਰ ਆ ਕੇ ਆਪਦੇ ਸਾਥੀਆਂ ਨਾਲ ਸਲਾਹ ਕੀਤੀ ਕਿ ਪੁਲਿਸ ਜਿਹੜੀ ਆ ਇਹ ਦੋਸ਼ੀਆਂ ਨਾਲ ਰਲੀ ਆ, ਇਹ ਦੋਸ਼ੀਆਂ ਦਾ ਪੱਖ ਪੂਰ ਰਹੀ ਆ। ਇਸ ਕਰਕੇ ਮਤਲਬ ਦੋਸ਼ੀਆਂ ਦਾ ਇੰਨਾ ਵੱਡਾ ਮਤਲਬ ਉਹਨਾਂ ਦਾ ਹੈਗਾ ਜਿਹੜਾ ਉਹਨਾਂ ਦਾ ਕਹਿ ਸਕਦੇ ਪਹੁੰਚ, ਅਜੇ ਤੱਕ ਕੁੜੀਆਂ ਬੀਬੀਆਂ ਬੈਠੀਆਂ ਵਾ, ਮੁੰਡੇ ਬੈਠੇ ਆ, ਕਾਮਰੇਡ ਜੀ ਆ, ਢੋਲਾ ਮਾਈ ਜੀ ਬੈਠੇ, ਅਜੇ ਤੱਕ ਐਕਸਰੇ ਨਹੀਂ ਹੋਣ ਦਿੱਤੇ ਸਾਰਿਆਂ ਦੇ। ਹੁਣ ਜਿਹੜੀ ਉਹ ਕੁੜੀ ਦਾ ਜ਼ਿਆਦਾ ਸੱਟ ਆ, ਉਹਦੀ ਹੱਡੀ ਫ੍ਰੈਕਚਰ ਆ, ਉਹਦਾ ਐਕਸਰੇ ਨਹੀਂ ਹੋਣ ਦਿੱਤਾ। ਡਾਕਟਰਾਂ ਨੇ ਰਲ ਕੇ ਕੀ ਆ, ਸੱਟ ਤੋਂ ਉਹਨੇ ਲੱਗੀ ਸੱਜੇ ਹੱਥ ਨੂੰ, ਹੱਡੀ ਉਹਦੀ ਕਰੈਕ ਆ ਇੱਥੋਂ ਉਂਗਲ ਦੀ ਜਾਂ ਗੁੱਟ ਦੀ, ਤੇ ਡਾਕਟਰ ਜਿਹੜਾ ਉਹ MLR 'ਚ ਲਿਖਦਾ, ਉਹ 'ਚ ਖੱਬਾ ਹੱਥ ਲਿਖਦਾ। ਤੁਸੀਂ, ਮੈਂ ਇੱਥੇ ਰੁਕਣਾ ਚਾਹੁੰਦਾ ਵੀ ਕਿਵੇਂ ਦੇਖਦੇ ਹੋ ਸਿਸਟਮ ਨੂੰ, ਵੀ ਸੱਟ ਕਿਸੇ ਹੋਰ ਹੱਥ ਦੇ ਵੱਜੀ, ਵਿਖਾਈ ਕਿਸੇ ਹੋਰ ਤੇ ਜਾ ਰਹੀ ਹੈ, ਇਹ ਸਿਸਟਮ ਕਿਵੇਂ, ਕੀ ਨਜ਼ਰੀਏ ਨਾਲ ਦੇਖਦੇ ਹੋ ਇਸ ਮਸਲੇ ਤੇ ਸਿਸਟਮ ਨੂੰ? ਸਿਸਟਮ ਜਿਹੜਾ ਸਾਡਾ ਪੰਜਾਬ ਦਾ ਲਾ ਲਈਏ ਜਾਂ ਸਾਡੇ ਫਿਰੋਜ਼ਪੁਰ ਦਾ, ਜਿਹੜਾ ਚਾਹੇ ਪੁਲਿਸ ਲੈ ਲਈਏ ਚਾਹੇ ਸਿਹਤ ਮਹਿਕਮਾ ਲੈ ਲਈਏ, ਇਸ ਸੰਬੰਧੀ ਅਸੀਂ ਸਿਵਲ ਸਰਜਨ ਫਿਰੋਜ਼ਪੁਰ ਨੂੰ ਮਿਲੇ। ਅਸੀਂ ਕਿਹਾ ਵੀ ਆਹ ਗੱਲ ਆ ਜੀ, ਸਾਡੇ ਐਕਸਰੇ ਨਹੀਂ ਹੋਏ। ਐਕਸਰੇ ਕਰਾਉਣ ਲਈ ਪਹਿਲਾਂ ਫੀਸ ਇੱਥੇ ਜਮ੍ਹਾਂ ਕਰਾ ਲਈ, ਫਿਰੋਜ਼ਪੁਰ ਕਰਾ ਲਈ।
ਫਿਰ ਫਰੀਦਕੋਟ ਭੇਜਦਾ, ਫਰੀਦਕੋਟ ਇੱਕ ਅੱਧੇ ਜਣੇ ਦਾ ਹੋ ਗਿਆ, ਇੱਕ ਅੱਧੇ ਬਾਅਦ ਉੱਥੇ ਵੀ ਫੀਸ ਜਮ੍ਹਾਂ ਕਰਵਾ ਲਈ। ਜਦੋਂ ਸੀਐਮਓ ਨੂੰ ਇੱਥੇ ਮਿਲਦੇ ਆ, ਸਿਵਲ ਸਰਜਨ ਸਾਹਿਬ ਨੂੰ, ਸਾਡੀ ਗੱਲ ਉਹਨੇ ਧਿਆਨ ਨਾਲ ਸੁਣੀ। ਇਹ 'ਚ ਕੋਈ ਦੋ ਰਾਇ ਨਹੀਂ ਕਹਿ ਸਕਦੇ, ਗੱਲ ਸਾਡੀ ਧਿਆਨ ਨਾਲ ਸੁਣੀ। ਅਸੀਂ ਕਿਹਾ ਵੀ ਆਹ ਰੌਲਾ ਖੱਬੇ ਸੱਜੇ ਦਾ ਇਹ ਠੀਕ ਕਰਵਾਓ, ਹੈ ਤੁਹਾਡੇ ਡਾਕਟਰ ਦੀ ਗਲਤੀ ਆ। ਉਹਨੇ ਕਿਹਾ ਨਹੀਂ, ਮੈਂ ਡਾਕਟਰ ਨੂੰ ਉਸੇ ਟੈਲੀਫੋਨ ਤੇ ਵੀ ਕਹਿ ਤਾ, ਉਹਨੇ ਕਿਹਾ ਜੀ ਇਹ ਮੇਰੇ ਤੋਂ ਸਵੇਰੇ ਆ ਜਾਣ, ਮੈਂ ਕਰ ਦੂੰਗਾ। ਪਰ ਇਹ ਮਿਲੇ, ਅਸੀਂ ਫੇਰ ਮਿਲੇ ਆ, ਨਹੀਂ ਕੀਤਾ। ਫਿਰ ਬੋਰਡ ਬਣਾਉਣ ਵਾਸਤੇ ਅਸੀਂ ਅਰਜੀ ਲਾਈ, 2 ਤਰੀਕ ਦੀ ਅਰਜੀ ਲਾਈ ਆ ਵੀ ਸਾਡੀ ਬੋਰਡ ਬਣਾ ਕੇ 3 ਡਾਕਟਰ ਬੋਰਡਾਂ ਦੇ ਵਿੱਚ ਕਰ ਦੇਣ। ਮਤਲਬ ਉੱਥੇ ਟਾਲ ਮਟੋਲ ਕੀਤਾ, ਅੱਜ ਤੱਕ ਬੋਰਡ ਨਹੀਂ ਬਣਿਆ। 2 ਤਰੀਕ ਤੋਂ ਲੈ ਕੇ ਅੱਜ 21 ਤਰੀਕ ਹੋ ਗਈ, 20 ਤਰੀਕ, ਅੱਜ ਤੱਕ ਬੋਰਡ ਨਹੀਂ ਬਣਿਆ। ਉਹ ਤਸਦੀਕ ਨਹੀਂ ਕਰ ਸਕੇਗਾ, ਹੱਥ ਸੱਜੇ ਨੂੰ ਸੱਟ ਲੱਗੀ, ਖੱਬੇ ਨੂੰ। ਇਹ ਤੋਂ ਪਤਾ ਲੱਗਦਾ ਕਿ ਉਹ ਬੰਦੇ ਪਹੁੰਚ ਵਾਲੇ ਆ, ਪੈਸੇ ਵਾਲੇ ਬੰਦੇ ਆ। ਉਹ ਹਰ ਇੱਕ ਨੂੰ ਮਤਲਬ ਆਪਦੇ ਪੱਖ 'ਚ ਕਰਨ ਦੀ ਉਹ ਸਮਰੱਥਾ ਰੱਖਦੇ ਆ। ਇਸ ਕਰਕੇ ਜਿਹੜੀ ਸਰਕਾਰ ਨੂੰ ਅੱਗੇ ਅਸੀਂ ਬੇਨਤੀ ਕਰਦੇ ਆ ਕਿ ਜੇਕਰ ਇਹ ਗੱਲ ਨਾ ਸੁਣੀ ਗਈ ਇਸ ਗਰੀਬ ਪਰਿਵਾਰ ਦੀ, ਕਿਉਂਕਿ 18 ਲੱਖ ਦੇ ਲਗਭਗ ਰੁਪਈਏ ਦੇ ਵਿੱਚ ਜਿਹੜੇ ਕੋ ਆਂਦੇ ਸੀ 18 ਲੱਖ 68,000 ਰੁਪਇਆ ਲੈਣਾ, ਉਹ ਆਂਦੇ ਆ ਇਹ ਆਪਣਾ ਉਹ ਪੱਖ ਦੂਜਾ ਦੂਸਰੀ ਧਿਰ ਉਹ ਇੰਨੇ ਦੇ ਨਾਲ 5 ਕਿੱਲੇ ਜ਼ਮੀਨ ਯਾਰ 18 ਲੱਖ ਦੇ ਵਿੱਚ ਮਤਲਬ ਕਿ 5 ਕਿੱਲੇ ਜ਼ਮੀਨ, 5 ਕਿੱਲੇ ਕੋਰਟ ਨੂੰ ਗੁੰਮਰਾਹ ਕਰਕੇ ਮਤਲਬ ਸਾਡਾ ਪੱਖ ਉੱਥੇ ਨਾ ਸੁਣਿਆ ਗਿਆ ਕਰਕੇ ਉਹ ਢੋਲਾ ਮਾਈ ਦੇ ਕੋਲੋਂ 5 ਕਿੱਲੇ ਜਿਹੜੀ ਅੱਜ ਕਰੋੜ ਰੁਪਈਏ ਦੀ ਜ਼ਮੀਨ ਆ, 1 ਕਰੋੜ ਦੀ 18 ਲੱਖ ਦੇ ਵਿੱਚ 18 ਲੱਖ 68,000 ਉਹਨਾਂ ਦੇ ਮੁਤਾਬਕ ਬਣਦਾ। ਜਦੋਂ ਢੋਲਾ ਮਾਈ ਮੁਤਾਬਕ ਆ ਵੀ ਮੈਂ ਇਹਨਾਂ ਦਾ 2-2.5 ਲੱਖ ਰੁਪਈਆ ਵੱਧ ਤੋਂ ਵੱਧ ਦੇਣਾ, ਇਹ ਤੋਂ ਵੱਧ ਕੋਈ ਪੈਸਾ ਨਹੀਂ ਦੇਣਾ। ਕੋਈ 2010 ਦੀ ਤਾੜਤ ਬੰਦ ਕਰਕੇ ਵਿਆਜ ਨੂੰ ਵਿਆਜ ਪਾ ਕੇ 18 ਲੱਖ 68,000 ਬਣਾ ਲਿਆ। ਤੇ ਉਹਦੇ 'ਚ ਰੇਟ ਕੀ ਆ, ਬਿਆਨਾ ਵੇਖ ਲਿਓ ਤੁਸੀਂ, ਬਿਆਨਾ ਕਾਪੀ ਵੇਖ ਲਿਓ। ਬਿਆਨੇ ਦੇ ਵਿੱਚ ਕੀ ਲਿਖਿਆ, 25 ਲੱਖ ਦੇ 5 ਕਿੱਲੇ। ਜਦੋਂ ਵੀ ਬਿਆਨਾ ਕਰੀਦਾ ਚੌਥੇ ਹਿੱਸੇ 'ਚ ਕਰੀਦਾ 25 ਲੱਖ ਦਾ 1/4 ਬਿਆਨਾ ਲੈਣਾ ਸੀ ਪਹਿਲਾਂ ਐਡਵਾਂਸ। ਉਹ 17 ਲੱਖ ਰੁਪਏ ਐਡਵਾਂਸ ਹੈ, 8 ਲੱਖ ਕੋਰਟ 'ਚ ਜਮ੍ਹਾਂ ਕਰਾਤਾ। ਮਤਲਬ ਸਾਰਾ ਹੀ ਜਿਹੜਾ ਤਾਣਾ ਬਾਣਾ ਨਾ ਇੰਨਾ ਉਲਝਿਆ ਵਾ। ਤੇ ਜੋ ਪੰਜਾਬ ਨੂੰ ਜਿਹੜੇ ਇਹੋ ਜਿਹੇ ਲੋਕ ਆ, ਕਿਉਂਕਿ ਉਹਨਾਂ ਨੇ ਬੜਿਆਂ ਲੋਕਾਂ ਦੀ, ਜਿਨ੍ਹਾਂ ਕਿ ਅਸੀਂ ਉੱਥੇ ਜਾ ਕੇ ਪਤਾ ਕੀਤਾ, ਆਪਣੇ ਕਾਮਰੇਡਾਂ ਤੋਂ ਪਤਾ ਕੀਤਾ ਕਿ ਉਹਨਾਂ ਨੇ ਬੜਿਆਂ ਲੋਕਾਂ ਦੀ ਜ਼ਮੀਨ ਹੜੱਪੀ ਆ। ਕੋਈ ਬੈਠ ਕੇ ਕਾਮਰੇਡ ਕਸ਼ਮੀਰ ਸਿੰਘ ਤੁਹਾਨੂੰ ਆਪਣੀ ਗੱਲ ਦੱਸ ਦੇਣਗੇ ਕਿ ਲਗਾਤਾਰ ਅਸੀਂ ਕੋਸ਼ਿਸ਼ ਕੀਤੀ ਵੀ ਚਲੋ ਜਿਹੜਾ ਕੋਈ ਦੇਣ ਲੈਣ ਕਰਦੇ ਨੇ ਵੱਧ ਤੋਂ ਵੱਧ ਉਹਦੇ ਪੈਸੇ ਤੇ 1 ਕਿੱਲੇ ਦੇ ਆ। ਜੇ ਮੰਨ ਲਓ ਉਹਦੇ ਮੁਤਾਬਕ ਹੀ ਆਪਾਂ ਉਹਨੂੰ ਪੈਸੇ ਮੋੜ ਦਈਏ, ਕੋਈ ਗੱਲ ਕਰੀਏ, ਤੇ ਉਹ ਜ਼ਮੀਨ 5 ਕਿੱਲੇ ਲੈ ਗਿਆ। ਉਦੋਂ ਬਾਅਦ ਝਗੜਾ ਹੋਇਆ ਵਾ, ਪੁਲਿਸ ਨੇ ਪੁਲਿਸ ਨੇ ਅੱਜ ਤੱਕ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਖਿਲਾਫ। SC/ST ਐਕਟ ਲੱਗਾ ਕਿਉਂਕਿ ਪਰਿਵਾਰ ਜਿਹੜਾ ਵਾ SC ਨਾਲ ਸੰਬੰਧਿਤ ਆ, ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਆ। ਸਭ ਕੁਝ ਇਹਨਾਂ ਨੂੰ ਉੱਥੇ ਬੋਲਿਆ ਗਿਆ ਵਿਚਾਰਿਆਂ ਨੂੰ। ਉਹ ਇੱਕ ਨਾ ਅਸੀਂ ਬੇਨਤੀ ਕੀਤੀ, ਚਲੋ ਉਦੋਂ ਬਾਅਦ ਉਹ ਲਾ ਦਿੱਤਾ। ਉਹਦੇ ਤੇ ਅਜੇ ਤੱਕ ਉਹਨਾਂ ਨੂੰ ਫੜਿਆ ਨਹੀਂ ਗਿਆ, ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਅੱਜ ਵੀ ਉਹਨਾਂ ਦੀ ਮਦਦ ਕਰਦੀ ਆ। ਉੱਥੇ ਸਬ ਇੰਸਪੈਕਟਰ ਅਸ਼ਵਨੀ ਕੁਮਾਰ ਆ, ਉਹ ਸਾਰਾ ਕੁਝ ਹੀ ਉਹਨਾਂ ਨੂੰ ਦੱਸਦਾ। ਅਸੀਂ ਅਗਰ ਪੁਲਿਸ ਨੂੰ ਕਿਹਾ ਕਿ ਉੱਥੇ ਕਣਕ ਸਾਡੀ ਬਜਾਈ ਜਾਵੇ, ਅਗਲੇ ਦਿਨ ਅਸ਼ਵਨੀ ਕੁਮਾਰ ਨੇ ਦੱਸਤਾ ਵੀ ਸ਼ਾਇਦ ਸਵੇਰੇ ਕਣਕ ਕੁਣਕ ਨਾ ਕੋਈ ਬੀਜਣਾ ਜੇ, ਤੁਸੀਂ ਜਾ ਕੇ ਉਹ ਤੜਕੇ ਜਾ ਕੇ ਕਣਕ ਬੀਜਣ ਚਲੇ ਗਏ। ਮੋਟਰ ਸਾਡੀ ਆ, ਰਾਜਕੁਮਾਰ ਦੇ ਨਾਂ ਤੇ ਮੋਟਰ ਆ, ਗੁਰੂ ਸਾਹਿਬ ਦੇ ਵਿੱਚ ਪੱਕਾ ਕਨੈਕਸ਼ਨ ਆ, 5 ਕਿੱਲੇ ਜ਼ਮੀਨ 'ਚ ਮੋਟਰ ਆ। ਤੇ ਜਿਹੜੀ ਲੜਾਈ ਉਹਨਾਂ ਬਣਾਈ ਉੱਥੇ ਬੋਰ ਕਰਨ ਤੇ, ਜਦੋਂ ਕੋਈ 5 ਕਿੱਲਿਆਂ 'ਚ ਹੋਰ ਬੋਰ ਦੀ ਲੋੜ ਨਹੀਂ। ਜੇ ਢੋਲਾ ਮਾਈ ਦੀ 5 ਕਿੱਲੇ ਪੈਲੀ ਢੱਪ ਗਏ ਤਾਂ ਬੋਰ ਵੀ ਢੋਲਾ ਮਾਈ ਦਾ ਨਾ। ਢੋਲਾ ਮਾਈ ਕੋਲ ਉੱਥੇ 1 ਮਰਲਾ ਜ਼ਮੀਨ ਹੀ ਹੋ ਰਹੇਗੀ, ਉਹ ਪਰਿਵਾਰ ਕੋਲ ਜ਼ਮੀਨ ਹੀ ਨਹੀਂ ਹੈਗੀ। ਸਹੀ ਆ। 2 ਉਹਨਾਂ ਦੇ ਲੜਕੇ ਆ, ਗਾਂ ਮੁੰਡੇ ਵਿਆਹ ਆ, ਨੌਵਾਂ ਮਾਂ ਪੋਤਰੇ ਆ। ਉਹ ਪਰਿਵਾਰ ਇਸ ਵਕਤ ਦਰ ਦੀਆਂ ਠੋਕਰਾਂ ਖਾ ਰਿਹਾ। ਆ ਤੁਹਾਡੇ ਸਾਹਮਣੇ ਕੇ ਬੈਠੇ ਸੀ, ਉਹ ਕੁੜੀਆਂ ਵਾ, ਨੌਵਾਂ ਸਾਡੀਆਂ, ਸਾਰਿਆਂ ਦੇ ਹੱਥਾਂ 'ਤੇ ਸੱਟ ਆ, ਕਿਸੇ ਦੇ ਸਿਰ 'ਤੇ ਸੱਟ ਆ, ਅੰਗ ਟੁੱਟੇ ਆ, 25-30 ਬੰਦੇ ਆਏ ਆ। ਤੇ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰਦੀ, ਸਿਵਲ ਪ੍ਰਸ਼ਾਸਨ ਵੀ ਕੋਈ ਕਾਰਵਾਈ ਨਹੀਂ ਕਰਦਾ, ਸਿਹਤ ਮਹਿਕਮਾ ਵੀ ਕੋਈ ਕਾਰਵਾਈ ਨਹੀਂ ਕਰਦਾ। ਹਾਂਜੀ ਪ੍ਰਧਾਨ ਸਾਹਿਬ, ਕਾਮਰੇਡ ਸਾਹਿਬ ਜੀ, ਕੀ ਪ੍ਰਤੀਕਰਮਾ ਤੁਹਾਡਾ ਇਸ ਸਾਰੇ ਮਸਲੇ ਦੇ ਉੱਤੇ? ਕੀ ਮਸਲਾ? ਮਰਾਣਾ ਜੀ, ਗੱਲ ਇਹ ਆ ਵੀ ਮੈਂ ਇਹਨਾਂ ਦਾ ਬਹਿ ਕੇ 2 ਵਾਰੀ ਹਿਸਾਬ ਕਰਵਾਇਆ। ਹਿਸਾਬ ਆ ਤੁਸੀਂ ਫੋਟੋ ਖਿੱਚ ਲਓ, ਆ ਮੈਂ ਐਂ ਕਰਕੇ ਕਰ ਦਿੰਦਾ। ਇਹ ਇੱਕ ਨਾਲ ਦਿਖਾ ਦਿੰਦੇ ਸਰ। ਇਹ ਇੱਕ ਹਰਨੇਕ ਮਹਿਮੇ ਦੇ ਘਰ ਵੀ ਪੰਚਾਇਤ ਇਕੱਠੀ ਹੋਈ ਆ। ਹਰਨੇਕ ਮੈਂ ਕਿਸਾਨ ਆਗੂ ਆ, ਉਹਦੇ ਘਰ ਵੀ ਅਸੀਂ ਇਕੱਠੇ ਹੋਏ ਆ। ਉਹਦੇ ਢੋਲਾ ਮਾਈ ਬੈਠਾ, ਸਾਰੇ ਅਸੀਂ ਬੈਠੇ ਸੀ। ਤੇ ਉਹਨੇ ਕਹਿਤਾ ਵੀ 18 ਲੱਖ ਬਣਦਾ, ਵੀ ਤੁਸੀਂ ਧੱਕਾ ਕੀਤਾ। ਉਹਦਾ ਵੀ ਇਹ ਆਂਦੇ ਵੀ ਅਸੀਂ ਢੋਲੇ ਮਾਈ ਨੇ ਸਾਡੇ ਸਰਪੰਚ ਦੇ ਵਿਰੋਧ ਨਾਲ ਧਰਨਾ ਲਾਇਆ ਸੀ। ਤੇ ਇਹਨਾਂ ਨੇ ਮਤਲਬ ਸਰਪੰਚ ਨੂੰ ਮਤਲਬ ਉਹਨੇ ਕਿਸੇ ਦੀ ਦੁਕਾਨ ਢਾਲੀ ਸੀ। ਜਿਹੜਾ ਗਵਾਹ ਹੈ ਨਾ ਕਸ਼ਮੀਰ ਸਿੰਘ ਸਰਪੰਚ, ਉਹ ਤੇ ਬਾਜੇ ਕਿਆਂ ਦਾ, ਉਹਨੇ ਆਪਦੀ ਜ਼ਮੀਨ ਵੇਚ ਕੇ ਕਿਸੇ ਨੇ ਗਰੀਬ ਨੇ ਦੁਕਾਨ ਪਾਈ, ਉਹਦੀ ਦੁਕਾਨ ਢਾਹ ਕੇ ਆਪਦੇ ਘਰ ਲਾ ਲਈ।
ਉੱਥੇ ਇਹ ਇੱਕ ਲੈਂਡ ਮਾਫੀਆ ਹੈ ਜਿਨ੍ਹਾਂ ਕੋਲੇ 5-5 ਕਿੱਲੇ 4-4 ਕਿੱਲੇ ਜ਼ਮੀਨ ਆ 200 ਕਿੱਲਾ ਜ਼ਮੀਨ ਬਣਾ ਗਏ ਨੇ। ਇਦਾਂ ਹੀ ਮਤਲਬ ਜਿਹੜੇ 5-7 ਬੰਦੇ ਤਾਂ ਇਹਨਾਂ ਦੇ ਕੋਲੇ ਸਾਡੇ ਕੋਲ ਐਫੀਡੇਵਿਟ ਆ ਉਹਨਾਂ ਦੇ ਵੀ ਇਹਨਾਂ ਨੇ ਕਿਸੇ ਦੇ ਸਟਾਂਪ ਕੋਰਟ 'ਚ ਲਾਤਾ, ਕਿਸੇ ਦਾ ਕੁਛ ਲਾਤਾ। ਦੂਜੀ ਇਹ ਗੱਲ ਵੀ ਜਿਹੜਾ ਪ੍ਰਸ਼ਾਸਨ ਆ ਹੁਣ ਸਰਕਾਰ ਜੋ ਮਰਜ਼ੀ ਕਹੀ ਦੇ, ਮੈਂ ਮੁੱਖ ਮੰਤਰੀ ਤੱਕ ਇੱਕ ਆ ਮੈਨੂੰ ਖਾਸ ਤੌਰ ਤੇ ਨਾ ਜਿਹੜਾ ਇਹਨਾਂ ਦਾ ਸਿਹਤ ਮੰਤਰੀ ਆ ਇਹ ਤੇ ਤਾਂ ਇੰਨਾ ਜ਼ਿਆਦਾ ਦੁੱਖ ਹੈ ਨਾ ਵੀ ਤੂੰ ਇੱਕ ਵੀਸੀ ਨੂੰ ਤਾਂ ਮਤਲਬ ਫਰੀਦਕੋਟ ਬੈੱਡ ਤੇ ਲੰਮਾ ਪਾਤਾ। ਉਹ ਆ ਤੁਹਾਡੀ ਭਲਿਓ ਮਾਨਸੋ ਫਿਰੋਜ਼ਪੁਰ ਐਕਸਰੇ ਦੀ ਮਸ਼ੀਨ ਆ, ਇਹ ਵਿਚਾਰੇ 11 ਦੇ ਦਾਖਲ ਹੋਏ, ਅੱਜ ਤੱਕ ਕੁੜੀਆਂ ਦਾ ਐਕਸਰੇ ਤੱਕ ਨਹੀਂ ਹੋਇਆ। ਜਦੋਂ ਜਾਂਦੇ ਮਸ਼ੀਨ ਖਰਾਬ। ਜ਼ਿਲ੍ਹੇ ਦੀ ਮਸ਼ੀਨ ਇੰਨੀ ਖਰਾਬ, ਜ਼ਿਲ੍ਹੇ ਨੂੰ ਕਿੰਨੇ ਲੋਕ ਲੱਗਦੇ ਨੇ, ਲੱਖਾਂ ਲੋਕ ਨਾ। ਦੇਖੋ ਗੱਲ ਇਹ ਆ ਵੀ ਉਹਨਾਂ ਨੇ ਇੱਕ ਬਹਾਨਾ ਬਣਾ ਲਿਆ ਵੀ ਜੇ ਅਸੀਂ ਕਿਸੇ ਦਾ ਕੰਮ ਕਰਨਾ ਹੀ ਨਹੀਂ, ਭਗਵੰਤ ਮਾਨ ਹੋਰੀ ਬਿਆਨ ਦਿੱਤੀ ਜਾਣ। ਆ ਪਰਿਵਾਰ ਬੈਠਾ ਹੈ, ਪਰਿਵਾਰ ਦਾ ਇੰਨਾ ਬੁਰਾ ਹਾਲ ਹੈ। 5 ਕਿੱਲੇ ਜ਼ਮੀਨ ਧੱਕੇ ਨਾਲ ਰਜਿਸਟਰੀ ਹੋਈ। ਦੂਸਰੀ ਇਹ ਗੱਲ ਆ ਵੀ ਉਹਦੇ ਤੇ ਲਿਮਟ ਵੱਜੀ ਆ, ਅੱਜ ਤੱਕ ਕੋਈ ਰਜਿਸਟਰੀ ਦੱਸ ਦਿਓ ਲਿਮਟ ਤੋਂ ਬਿਨਾਂ। ਮਾਲ ਮਹਿਕਮਾ ਵੀ ਇੰਨਾ ਹੋ ਗਿਆ, ਮਾਲ ਮਹਿਕਮੇ ਨੇ ਨਾ ਚੈੱਕ ਕਿਹੜੀ ਉਹਨਾਂ ਨੇ ਨਾਲ ਜਿਹੜੀ ਆ ਜਮ੍ਹਾਂਬੰਦੀ ਕਿਹੜੀ ਲਾਈ ਆ। ਨਹੀਂ ਤੇ ਬਿਨਾਂ ਕੋਈ ਜਿਹੜੇ ਲਿਮਟਾਂ ਤੋਂ ਬਿਨਾਂ ਤਾਰ ਤੋਂ ਬਿਨਾਂ ਹੀ ਰਜਿਸਟਰੀ ਹੋ ਬਿਨਾਂ ਅਜੇ ਇਹਨਾਂ ਦੇ ਬੈਂਕ ਨੇ ਕੇਸ ਕਰਤਾ ਹੈ ਵੀ ਸਾਡੇ ਪੈਸੇ ਦਿਓ। ਓਕੇ, ਇਹੋ ਜਿਹੀ ਤਾਂ ਪੀਸ਼ਨ ਬਣੀ ਪਈ ਆ। ਤਾਂ ਅਸੀਂ ਤਾਂ ਮੇਰੀ ਗੱਲ ਸੁਣੋ, ਕਿੱਥੇ ਇਹਦੀਆਂ ਕਿਹਦੀਆਂ ਉਨਤਾਂ ਕਿਹਦੀਆਂ ਮੰਨਦੇ, ਇਹਦੇ ਵਿੱਚ ਕਮੀਆਂ ਕਿਹਦੀਆਂ? ਵੇਖੋ ਮੇਰੀ ਗੱਲ ਸੁਣੋ, ਨਾ ਤਾਂ ਮਹਿਕਮਾ ਕੋਈ ਚੱਜ ਨਾਲ ਕੰਮ ਕਰਦਾ। ਅਸੀਂ ਮੈਡਮ ਡੀਸੀ ਨੂੰ ਮਿਲੇ, ਓਕੇ, ਇਹ ਢੋਲਾ ਮਾਈ ਸਾਡੇ ਨਾਲ ਸੀ। ਮੈਂ ਗੱਲ ਆਪਣੀ ਅੱਧੇ ਮਿੰਟ 'ਚ ਮੁਕਾ ਦੇਣੀ ਆ। ਅਸੀਂ ਮੈਡਮ ਨੂੰ ਅਰਜੀ ਦੇ ਕੇ ਆਏ, ਸਾਨੂੰ ਕਹਿੰਦੇ ਵੀ ਰਜਿਸਟਰੀ ਕੈਂਸਲ ਹੋ ਸਕਦੀ ਆ। ਅਸੀਂ ਆਖਿਆ ਰਜਿਸਟਰੀ ਕੈਂਸਲ ਦਾ ਤਾਂ ਤੁਸੀਂ ਬਾਅਦ 'ਚ ਕਰਿਆ ਜੇ, ਘੱਟ ਤੋਂ ਘੱਟ ਇੰਨੀ ਚੀਜ਼ ਤਾਂ ਵੇਖੋ ਵੀ ਇਹ ਰਜਿਸਟਰੀ ਸਹੀ ਹੋਈ ਆ ਕਿ ਗਲਤ ਇਨਕੁਆਰੀ ਕਰਾ ਲਓ। ਅੱਜ ਤੱਕ ਢੋਲੇ ਮਾਈ ਨਹੀਂ ਪੁੱਛਿਆ ਕਿਸੇ ਨੇ, ਅੱਜ ਤੱਕ ਡੀਸੀ ਨੇ ਬੁਲਾਇਆ ਤੱਕ ਨਹੀਂ ਵੀ ਇਨਕੁਆਰੀ ਸਾਡੀ ਅਰਜੀ ਕਿੱਧਰ ਗਈ। ਇੱਦਾਂ ਹੀ ਲਾਂਬਾ ਸਾਹਿਬ ਨੂੰ ਮਿਲੇ ਅਸੀਂ। ਦੇਖੋ ਕਿੱਡੀ ਮਾੜੀ ਤਰਾਸ ਦੀ, ਇੱਕ ਐਸਸੀ ਪਰਿਵਾਰ ਹੋਵੇ, ਬਾਰਡਰ ਤੇ ਜ਼ਮੀਨ ਬੁੱਚਲ ਪੱਟ ਕੇ ਇਹਨਾਂ ਜ਼ਮੀਨ ਬਣਾਈ ਹੋਵੇ, ਤੇ ਅੱਜ ਸਰਕਾਰ ਵੇਖੋ ਕੀ ਕਰਨ ਰਹੀ ਆ। ਅਸੀਂ ਤਾਂ ਸਰਕਾਰ ਨੂੰ ਇਹ ਗੱਲ ਆਖਾਂਗੇ, ਇੱਕ ਤਾਂ ਉਹ ਜਿਹੜਾ ਗੱਜੋ ਮਾਜਰਾ ਵੀ ਭਾਈ ਆ ਪਰਿਵਾਰ ਦੀ ਸੁਣ ਲਾ। ਅੱਜ ਤੱਕ ਐਕਸਰਾ ਨਹੀਂ ਹੋਇਆ ਕੋਈ, ਅੱਜ ਤੱਕ ਸਰਕਾਰ ਨੇ ਕੋਈ ਕਿਸੇ ਤਰ੍ਹਾਂ ਜੋੜਾ ਮਾਜਰਾ ਕੇ ਗੱਜੋ ਮਾਜਰਾ ਕਿਹੜਾ ਮਾਜਰਾ ਵੀ ਭਲਿਓ ਮਾਨਸੋ ਕਿਤੇ ਇੱਥੇ ਗੇੜਾ ਮਾਰ ਲਓ ਵੀ ਲੋਕੀ ਮਤਲਬ ਜਿਹੜੇ ਗਰੀਬ ਲੋਕ ਨੇ, ਐਸਸੀ ਨੇ, ਬੀਸੀ ਨੇ, ਉਹ ਥੱਲੇ ਤਰਸਦੇ ਫਿਰਦੇ ਨੇ। ਦੂਜੀ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਤੁਸੀਂ ਕਿਸਾਨਾਂ ਨੂੰ ਇਹੋ ਜਿਹੇ ਚੱਕਰ 'ਚ ਨਾ ਪਾਓ। ਵੀ ਅਸੀਂ ਵੇਖੋ ਇਹ ਤੇ ਪਰਚਾ ਹੋਇਆ ਹੈ, ਢੋਲਾ ਮਾਈ ਦੇ ਪਰਚਾ ਵੀ, ਇਹ ਸਾਡਾ ਝੋਨਾ ਵੱਢ ਕੇ ਲੈ ਗਿਆ। ਝੋਨਾ ਵੀ ਇਹਦਾ ਵੱਢ ਕੇ ਲੈ ਗਏ, ਕਣਕ ਵੀ ਇਹਦੀ ਵੱਢ ਕੇ ਲੈ ਗਏ, ਤੇ ਪਰਚਾ ਢੋਲਾ ਮਾਈ ਤੇ। ਉਹ ਕਿੰਨੇ ਤਗੜੇ ਹੋਣਗੇ। ਅਸੀਂ ਹਿਸਾਬ ਕਰਵਾਇਆ, ਉਹ ਕਹਿੰਦੇ ਵੀ ਅਸੀਂ ਤਾਂ ਪੈਲੀ ਇਹਨੂੰ ਇੱਕ ਮਰਲਾ ਨਹੀਂ ਦੇਣੀ, ਜਾਓ ਕਰਾ ਲਈ ਰਜਿਸਟਰੀ, ਸਾਡਾ ਜੋ ਮਰਜ਼ੀ ਕਰ ਲਓ। ਇੰਨੇ ਤਗੜੇ ਬੰਦੇ ਨੇ, ਜਿਹੜਾ ਕਰੋੜ ਦੇ ਵਿੱਚ ਕਰੋੜ ਦੀ ਪੈਲੀ ਜੇ ਉਹ 50 ਲੱਖ ਲਾ ਵੀ ਦੇਣਗੇ ਉਹਨਾਂ ਨੂੰ ਕੀ ਫਰਕ ਪੈਂਦਾ, ਪੈਲੀ ਤਾਂ ਢੋਲਾ ਮਾਈ ਦੀ ਆ। ਅਸੀਂ ਇਹ ਸੀਐਮ ਸਾਹਿਬ ਤੋਂ ਮੰਗ ਕਰਦੇ ਹਾਂ ਵੀ ਇਹ ਇੱਕ ਨਿੱਕਾ ਕੇਸ ਨਹੀਂ ਗਾ, ਇਹ ਰੋਪੜ ਤੋਂ ਲੈ ਕੇ ਤੇ ਫਾਜ਼ਿਲਕਿਆਂ ਤੱਕ ਤਾਂ ਬੋਰ ਤੱਕ ਜਿੰਨਾ ਦਰਿਆ ਦਾ ਏਰੀਆ, ਲੱਖਾਂ ਲੋਕਾਂ ਕਿਸਾਨਾਂ ਦੀ, ਨਿੱਕੇ ਕਿਸਾਨਾਂ ਦੀ, ਇਹ ਵੱਡੇ ਵੱਡੇ ਮਗਰਮੱਛ ਜਿਹੜੀ ਆ ਇਹ ਜ਼ਮੀਨ ਹੜੱਪ ਕਰ ਗਏ ਨੇ। ਇਹ ਤੇ ਵਿਜੀਲੈਂਸ ਕੀ ਮੁੱਖ ਮੰਤਰੀ ਨੂੰ ਆਪ ਕੋਲ ਇਹ ਜਾਂਚ ਕਰਾਉਣੀ ਚਾਹੀਦੀ ਆ ਵੀ ਜਿੰਨੇ ਵੀ ਨਿੱਕੇ ਕਿਸਾਨ ਨੇ ਜਿਨ੍ਹਾਂ ਦੀ ਜ਼ਮੀਨ ਇਹਨਾਂ ਖੋਈ ਆ, ਉਹ ਇਨਕੁਆਰੀ ਕਰਾ ਕੇ ਉਹਨਾਂ ਨੂੰ ਜ਼ਮੀਨ ਵਾਪਸ ਮਿਲਣੀ ਚਾਹੀਦੀ ਆ। ਸਾਡੀ ਸਰਕਾਰ ਤੋਂ ਇਹ ਮੰਗ ਆ। ਜੇਕਰ ਨਹੀਂ ਹੁੰਦੀ ਸਰਕਾਰ, ਕੋਈ ਨਹੀਂ ਮੰਗ ਤੁਹਾਡੀ ਮੰਨਦੀ, ਤੇ ਕੋਈ ਅੱਗੇ ਕੋਈ ਪਲਾਨ ਹੈਗਾ ਤੁਹਾਡਾ ਕੋਈ? ਦੇਖੋ ਸਾਡੀ ਆ ਸਟੇਟ ਦੀ ਮੀਟਿੰਗ ਹੋਈ ਸੀ, ਉੱਥੇ ਮੈਂ ਮਸਲਾ ਉਠਾਇਆ। ਅਸੀਂ ਇਹ ਤੇ ਬੜੀ ਸਾਡੀ ਜਿਹੜੀ ਜਥੇਬੰਦੀ ਆ ਕੋਲੇ ਕਿਸਾਨ ਸਭਾ, ਉਹ ਬੜਾ ਗੰਭੀਰਤਾ ਨਾਲ ਸੋਚ ਰਹੀ ਆ। ਅਸੀਂ ਇੱਕਦਮ ਅਸੀਂ ਮਨ 'ਚ ਧਾਰ ਲਿਆ ਵੀ ਕੋਈ ਆੜਤੀ 10 ਰਜਿਸਟਰੀਆਂ ਕਰਾ ਲੇ ਕਿਸੇ ਕਿਸਾਨ ਦੀ, ਅਸਾਂ ਉਹਨੂੰ ਜ਼ਮੀਨ ਨਹੀਂ ਵਾਹੁਣ ਦੇਣੀ, ਭਾਵੇਂ ਹਿੰਦੁਸਤਾਨ ਦੇ ਵਿੱਚ ਕੋਈ ਜਿਹੋ ਜਿਹਾ ਮਰਜ਼ੀ ਆੜਤੀ ਹੋਵੇ। ਇਹ ਅਸੀਂ ਫਾਈਨਲ ਕਰ ਲਿਆ। ਬਾਕੀ ਅਸੀਂ ਜਿਹੜਾ ਪ੍ਰੋਗਰਾਮ ਬਣਾਵਾਂਗੇ ਉਹ ਅਸੀਂ ਸਰਕਾਰ ਨੂੰ ਦੱਸਦੇ ਹਾਂ ਵੀ ਜੇ ਇਨਸਾਫ ਨਾ ਮਿਲਿਆ ਤਾਂ ਫਿਰ ਉਹ ਵਾਹਨ ਦੇ ਵਿੱਚ ਹੀ ਇਨਸਾਫ ਹੋਵੇਗਾ। ਫਿਰ ਤਾਂ ਜਦੋਂ ਸਰਕਾਰ ਹੀ ਕੋਈ ਨਹੀਂ ਹੈਗੀ, ਫਿਰ ਤਾਂ ਵਾਹਨ ਰਹਿ ਗਿਆ, ਜ਼ਮੀਨ ਰਹਿ ਗਈ, ਉੱਥੇ ਜੋ ਹੋਵੇਗਾ ਦੇਖ ਲਾਂਗੇ। ਹੁਣ ਤਾਂ ਅਸੀਂ ਇਹ ਮਨ 'ਚ ਧਾਰ ਲਿਆ ਵੀ ਢੋਲਾ ਮਾਈ ਦੀ ਜਿਹੜੀ ਜ਼ਮੀਨ ਆ, ਨਾ ਅਸੀਂ ਕਣਕ ਵੱਢਣ ਦੇਣੀ ਆ, ਨਾ ਪਾਣੀ ਲਾਉਣ ਦੇਣਾ, ਅਸੀਂ ਕੁਛ ਨਹੀਂ ਕਰਨ ਦੇਣਾ। ਜੇ ਪਰਿਵਾਰ ਨੂੰ ਮਾਰ ਦੇਣਗੇ ਦੇਖ ਲਾਂਗੇ, ਜੇ ਸਰਕਾਰ ਨਹੀਂ ਇਨਸਾਫ ਦਿੰਦੀ ਫਿਰ ਦੇਖ ਲਾਂਗੇ। ਅਸੀਂ ਤਾਂ ਅੱਕੇ ਪਏ ਸਰਕਾਰ ਤੋਂ।
ਹਾਂਜੀ ਸਰਦਾਰ ਸਾਹਿਬ, ਕੀ ਕਹਿਣਾ ਚਾਹੋਗੇ ਅਖੀਰ ਤੇ ਤੱਕ? ਜੇਕਰ ਸਰਕਾਰ ਨਹੀਂ ਤੁਹਾਡੀ ਮੰਗ ਸੁਣਦੀ, ਕੋਈ ਮੰਗ ਨਹੀਂ ਮੰਨਦੀ, ਕੀ ਫੈਸਲਾ ਹੋਊਗਾ ਤੁਹਾਡਾ ਅੱਗੇ ਫਿਰ? ਅਸੀਂ ਇਹਦੇ ਵਿੱਚ ਆਪਣੀ ਜਥੇਬੰਦੀ ਕੋਲ ਕਿਸਾਨ ਸਭਾ ਵੱਲੋਂ ਮਤਲਬ ਬਿਲਕੁਲ ਕਲੀਅਰ ਗੱਲ ਕਰਦੇ ਹਾਂ ਕਿ ਅਸੀਂ ਐਜੀਟੇਸ਼ਨ ਲੜਾਂਗੇ, ਉੱਥੇ ਮਰਾਂਗੇ ਜੇਕਰ ਇਸ ਮਾਫੀਏ ਕੋਲੋਂ ਗਵਰਨਮੈਂਟ ਨੇ ਸਾਡੀ ਜ਼ਮੀਨ ਛੁਡਾ ਕੇ ਨਾ ਦਿੱਤੀ। ਅਸੀਂ ਡੀਸੀ ਸਾਹਿਬ ਨੂੰ ਮੈਡਮ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਨਕੁਆਇਰੀ ਕਰਾਓ। ਕਮਾਲ ਮਹਿਕਮੇ ਦੀ ਮਤਲਬ ਜਦੋਂ ਆਪਣਾ ਬੈਂਕ ਦਾ ਉੱਤੇ ਲਿਮਟ ਦਾ ਪੈਸਾ ਖੜਾ ਸੀ, ਉਹ ਟਾਈਮ ਤੇ ਰਜਿਸਟਰੀ ਹੋ ਗਈ, ਮਾਲ ਮਹਿਕਮਾ ਰਲ ਗਿਆ, ਪੁਲਿਸ ਰਲ ਗਈ, ਸਿਹਤ ਮਹਿਕਮਾ ਰਲ ਗਿਆ, ਸਾਰੇ ਮਹਿਕਮੇ ਰਲ ਗਏ ਔਰ ਮਾਨਯੋਗ ਕੋਰਟਾਂ ਨੂੰ ਗੁੰਮਰਾਹ ਕਰ ਦਿੱਤਾ। ਕੋਰਟਾਂ ਦੇ ਵਿੱਚ ਜਿੱਦਾਂ ਦੇ 7 ਨੂੰ ਫਾਂਸੀ ਲਵਾ ਦਿੱਤੀ ਵੀ ਇੱਕ ਆੜਤੀਏ ਬੰਦੇ ਨੇ ਉੱਥੇ ਕੋਰਟ ਦੇ ਵਿੱਚ ਮਤਲਬ ਸਿਸਟਮ ਨੂੰ ਗੁੰਮਰਾਹ ਕਰਕੇ ਤੇ ਕੋਰਟ ਦੇ ਆਰਡਰ ਕਰਾ ਕੇ ਰਜਿਸਟਰੀ ਕਰਾ ਲਈ। ਵਾੜੀ ਖੇਤ ਨੂੰ ਖਾ ਗਈ, ਜਦੋਂ ਕਹਿ ਰਹੀ ਹੈ ਜਿੱਦੋਂ ਆਪਾਂ ਨੂੰ ਸਾਫ ਮਿਲਣਾ ਸੀ ਉਹੀ ਗੁੰਮਰਾਹ ਹੋ ਗਿਆ। ਵਾੜੀ ਖੇਤ ਨੂੰ ਖਾ ਗਈ ਜਦੋਂ ਕੋਰਟਾਂ ਨੂੰ ਗੁੰਮਰਾਹ ਕਰਕੇ ਕੋਰਟਾਂ ਕੋ ਡਿਗਰੀਆਂ ਕਰਾ ਕੇ ਤੇ ਮਾੜੇ ਕਿਸਾਨਾਂ ਦੀਆਂ ਜਿਹੜੇ ਇਹੋ ਜਿਹੇ ਆੜਤੀਏ ਆ, ਜਿਹੜੇ ਮਤਲਬ ਕਰਪਟ ਲੋਕ ਆ, ਪ੍ਰਸ਼ਾਸਨ ਨਾਲ ਰਲ ਕੇ ਮਤਲਬ 3 ਮਹਿਕਮੇ ਤੁਹਾਨੂੰ ਗਿਣਾਤੇ ਵੀ ਮਾਲ ਮਹਿਕਮਾ, ਪੁਲਿਸ ਮਹਿਕਮਾ ਔਰ ਸਿਹਤ ਮਹਿਕਮਾ, ਤਿੰਨੇ ਬੰਦੇ ਉਸ ਜਿਹੜੇ ਬੰਦਾ ਸਰਵਣ ਕੁਮਾਰ ਆ, ਕੋਈ ਹੰਸ ਰਾਜ ਨਹੀਂ ਆ, ਉਹਨਾਂ ਨੇ ਇਹਨਾਂ ਤਿੰਨਾਂ ਬੰਦਿਆਂ ਨੂੰ ਵੱਡਾ ਜਿਹੜਾ ਕੋਈ ਮਤਲਬ ਲਾਲਚ ਦੇ ਕੇ ਆਪਦੇ ਹੱਕ 'ਚ ਭੁਗਤਾ ਕੇ ਔਰ ਇਸ ਗਰੀਬ ਪਰਿਵਾਰ ਦੀ ਜਿਹੜੀ ਢੋਲਾ ਮਾਈ ਸਾਡੇ ਕਾਮਰੇਡ ਦੀ ਇਹ ਜ਼ਮੀਨ ਸਾਡੀ ਢੱਪ ਲਈ ਆ। ਔਰ ਅਸੀਂ ਇਹਦੇ ਬਾਰੇ ਬੜਾ ਵੱਡਾ ਸੰਘਰਸ਼ ਵੀ ਕਰਾਂਗੇ ਔਰ ਜੋ ਵੀ ਉੱਥੇ ਹੋਊਗਾ ਉੱਥੋਂ ਤੱਕ ਹੀ ਉਸ ਹੱਦ ਤੱਕ ਜਾਵਾਂਗੇ। ਧੰਨਵਾਦ। ਦਰਸ਼ਕੋ, ਸਾਰੀ ਗੱਲਬਾਤ ਤੁਸੀਂ ਸੁਣੀ, ਪਰਿਵਾਰ ਦੀ ਸਾਰੀ ਗੱਲਬਾਤ ਵੀ ਤੁਸੀਂ ਸੁਣੀ ਤੇ ਕਿਸਾਨ ਆਗੂਆਂ ਦੀ ਗੱਲਬਾਤ ਵੀ ਤੁਸੀਂ ਸਾਰੀ ਸੁਣ ਚੁੱਕੇ ਹੋ। ਇਹਨਾਂ ਦਾ ਵੀ ਇਹੀ ਕਹਿਣਾ ਵਾ ਕਿ ਜੇਕਰ ਸਾਨੂੰ ਇਨਸਾਫ ਚਾਹੀਦਾ ਵਾ, ਇਸ ਮਾਮਲੇ ਦੇ ਉੱਤੇ ਸਰਕਾਰ ਤੇ ਸੰਬੰਧਿਤ ਮਹਿਕਮਾ ਨਿਰਪੱਖ ਜਾਂਚ ਕਰੇ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਬਣਦੀ ਸਜ਼ਾ ਦੇਵੇ ਤੇ ਜਿਹੜੇ ਹੱਕਦਾਰ ਨੇ ਉਹਨਾਂ ਨੂੰ ਬਣਦਾ ਉਹਨਾਂ ਦਾ ਹੱਕ ਦੇਵੇ। ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਇਹਨਾਂ ਦਾ ਕਹਿਣਾ ਕਿ ਫਿਰ ਅਸੀਂ ਵੱਡਾ ਸੰਘਰਸ਼ ਲੜਾਂਗੇ। ਉਸ ਸੰਘਰਸ਼ ਦੇ ਵਿੱਚ ਚਾਹੇ ਸਾਨੂੰ ਕੋਈ ਵੀ ਜਾਨੀ ਮਾਲੀ ਨੁਕਸਾਨ ਜਿੰਨਾ ਵੀ ਝੱਲਣਾ ਪਵੇ ਉਹ ਝੱਲਣ ਲਈ ਬਿਲਕੁਲ ਇਹ ਤਿਆਰ ਨੇ। ਇਹਨਾਂ ਦਾ ਕਹਿਣਾ ਕਿ ਫਿਰ ਜਿਹੜੀ ਜੰਗ ਵਾ ਉਹ ਆਰ ਪਾਰ ਦੀ ਹੋਊਗੀ ਤੇ ਉਹ ਜੰਗ ਜਿਹੜੀ ਆ ਫਿਰ ਉਹ ਜ਼ਮੀਨ ਦੇ ਵਿੱਚ ਹੀ ਹੋਊਗੀ। ਕਿਉਂਕਿ ਜਿਵੇਂ ਇਹਨਾਂ ਦਾ ਕਹਿਣਾ ਕਿ ਜੇਕਰ ਪਹਿਲਾਂ ਕਹਿੰਦੇ ਅਪੀਲ ਦਲੀਲ ਹੁੰਦੀ ਆ, ਸਾਰਾ ਕੁਝ ਕੋਰਟਾਂ ਦੇ ਵਿੱਚ ਜਾਂ ਮਹਿਕਮਿਆਂ ਦੇ ਕੋਲੋਂ ਸਰਕਾਰਾਂ ਕੋਲੋਂ ਇਨਸਾਫ ਮੰਗਣਾ ਹੁੰਦਾ, ਜੇਕਰ ਜਦੋਂ ਉੱਧਰੋਂ ਇਨਸਾਫ ਦੀ ਕੋਈ ਆਸ ਨਾ ਰਵੇ ਤਾਂ ਫਿਰ ਜਿਹੜੀਆਂ ਜੰਗਾਂ ਵਾ ਖੁਦ ਜਿਹੜੀਆਂ ਆਪਣੇ ਹੱਥਾਂ ਦੇ ਵਿੱਚ ਆ ਜਾਂਦੀਆਂ ਨੇ ਤੇ ਫਿਰ ਉਹ ਕਿਵੇਂ ਲੜਨੀਆਂ ਨੇ ਜੰਗਾਂ, ਉਹ ਕਿਸਾਨ ਤੇ ਖਾਸ ਕਰਕੇ ਪੰਜਾਬ ਦੇ ਕਿਸਾਨ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਜਾਣਦੇ ਨੇ ਤੇ ਦੁਨੀਆ ਵੀ ਜਾਣਦੀ ਹੈ ਕਿ ਪੰਜਾਬ ਦੇ ਕਿਸਾਨ ਜਿਹੜਾ ਵਾ ਉਹ ਆਪਣਾ ਹੱਕ ਲੈਣ ਲਈ ਕਿੱਥੋਂ ਤੱਕ ਜਾ ਸਕਦੇ ਨੇ ਤੇ ਕਿੰਨਾ ਨੂੰ ਹੱਕ ਲਈ ਆਪਦੇ ਲਈ ਲੜਨਾ ਆਉਂਦਾ। ਤਪਦਾ ਸੱਚ ਨਿਊਜ਼ ਤੋਂ ਰਿਪੋਰਟਿੰਗ ਕਮਲਜੀਤ ਸਿੰਘ ਮਰਹਾਣਾ। ਸਤਿ ਸ੍ਰੀ